ਤੁਸੀਂ ਵੇਖ ਰਹੇ ਹੋ ਜੀ ਸਾਂਝਾ ਟੀਵੀ। ਦੋਸਤੋ, ਸਮਾਂ ਹੋ ਗਿਆ ਹੈ ਪ੍ਰੋਗਰਾਮ ਰੂਹ ਦੀਆਂ ਗੱਲਾਂ ਦਾ। ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ ਲੈ ਕੇ ਮਨਜੀਤ ਕੌਰ ਕੰਗ ਇੱਕ ਵਾਰੀ ਫੇਰ ਹਾਜ਼ਰ ਹੈ ਤੁਹਾਡੇ ਵਾਸਤੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਅਤੇ ਅਸਲਾਮ ਅਲੈਕਮ। ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ, ਖਾਸ ਪ੍ਰੋਗਰਾਮ ਹੈ ਜੀ। ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨਵੰਬਰ ਮਹੀਨਾ ਅਤੇ 1984 ਦਿੱਲੀ ਦੇ ਵਿੱਚ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਹੈ ਉਹਦੇ ਸੰਬੰਧ ਦੇ ਵਿੱਚ ਹਰ ਵਾਰੇ ਇੱਕ ਕੰਪੇਨ ਹੈ ਜਿਹੜੀ ਇੱਥੇ ਚਲਾਈ ਜਾਂਦੀ ਹੈ। ਇਹਦੇ ਬਾਰੇ ਗੱਲ ਕਰਾਂਗੇ ਅਸੀਂ, ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ। ਅਤੇ ਸਿੱਖ ਨੇਸ਼ਨ ਦੇ ਕੁਝ ਜਿਹੜੇ ਵਲੰਟੀਅਰ ਨੇ ਉਹ ਆਪਣੇ ਨਾਲ ਗੱਲਬਾਤ ਕਰਨ ਵਾਸਤੇ ਪ੍ਰੋਗਰਾਮ 'ਚ ਹਾਜ਼ਰ ਨੇ। ਉਹਨਾਂ ਦੇ ਨਾਲ ਵਿਸਥਾਰ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਕਿਵੇਂ ਇਹ ਜਿਹੜੀ ਮੁਹਿੰਮ ਹੈ ਸ਼ੁਰੂ ਹੋਈ ਹੈ ਅਤੇ 20-21 ਸਾਲ ਪਹਿਲਾਂ ਸ਼ੁਰੂ ਹੋਈ ਸੀ ਅਤੇ ਹੁਣ ਅੱਜ ਇਹ ਕਿੱਥੇ ਅੱਪੜੀ ਹੈ, ਕਿੰਨੇ ਲੋਕਾਂ ਦੀ ਜਾਨ ਇਹ ਬਚਾ ਚੁੱਕੇ ਨੇ। ਖੂਨ ਦਾਨ ਕਰਨਾ ਸਭ ਤੋਂ ਵੱਡਾ ਦਾਨ ਪੁੰਨ ਹੈ ਅਤੇ ਇਹਦੇ 'ਚ ਲੋਕ ਕਿਵੇਂ ਆਏ ਦਿਨ ਨਵੇਂ ਲੋਕ ਨੇ ਜਿਹੜੇ ਡੋਨਰਸ ਨੇ ਉਹ ਜੁੜ ਰਹੇ ਨੇ। ਸੋ ਆਓ ਫਿਰ ਆਪਾਂ ਅੱਜ ਦੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰਦਾਰ ਬਰਜਿੰਦਰ ਸਿੰਘ ਜੀ ਅਤੇ ਸਰਦਾਰ ਇਕਬਾਲ ਸਿੰਘ ਜੀ। ਵੀਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਭੈਣ ਜੀ। ਸਵਾਗਤ ਕਰਦੀ ਹਾਂ ਜੀ ਮੈਂ ਤੁਹਾਡਾ ਸਾਂਝਾ ਟੀਵੀ 'ਤੇ ਪ੍ਰੋਗਰਾਮ ਰੂਹ ਦੀਆਂ ਗੱਲਾਂ ਦੇ ਵਿੱਚ। ਧੰਨਵਾਦ। ਅੱਛਾ, ਮੈਨੂੰ ਦੱਸੋ ਕਿ ਅੱਜ ਤੋਂ 20-21 ਸਾਲ ਪਹਿਲਾਂ ਇਹ ਜਿਹੜੀ ਮੁਹਿੰਮ ਹੈ ਸ਼ੁਰੂ ਕੀਤੀ ਸੀ ਔਰ ਕੀ ਮਕਸਦ ਸੀ ਇਹਦਾ? ਕਿਵੇਂ ਇਹ ਆਈਡੀਆ ਆਇਆ ਤੁਹਾਡੇ ਜ਼ਿਹਨ ਦੇ ਵਿੱਚ ਅਤੇ ਮਤਲਬ ਕਿੰਨੇ ਕੁ ਮੈਂਬਰ ਸੀ ਸ਼ੁਰੂਆਤ ਦੇ ਵਿੱਚ? ਸਾਨੂੰ ਵਿਸਥਾਰ 'ਚ ਦੱਸੋ। ਭੈਣ ਜੀ, ਜਿਵੇਂ ਸਾਰੇ ਵੀਰ ਭੈਣ ਜਾਣਦੇ ਹੀ ਆ ਵੀ ਆਪਣੇ ਨਾਲ ਜਿਹੜਾ 84 ਦੇ ਵਿੱਚ ਹੋ ਨਿਬੜਿਆ ਸੀਗਾ, ਉਹ ਇੱਕ ਇਹੋ ਜਿਹੀ ਭਿਆਨਕ ਚੀਜ਼ ਸੀਗੀ ਜਿਹਦੇ ਨਾਲ ਸਾਰੀ ਕੌਮ ਵਲੂੰਧਰੀ ਗਈ ਸੀਗੀ ਤੇ ਉਹਨਾਂ ਕੋਲੇ ਜਿਹੜਾ ਗੁੱਸਾ, ਉਦਾਸੀ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਜਾ ਰਹੀ ਸੀਗੀ। ਕੁਛ ਹੱਦ ਤੱਕ ਸਿੱਖ ਕੌਮ ਦੇ ਵਿੱਚ ਜਿਹੜੇ ਲੋਕ ਬਹੁਤ ਯੋਧੇ ਸੀਗੇ, ਉਹਨਾਂ ਨੇ ਉਸ ਤਰੀਕੇ ਨਾਲ ਉਹਦਾ ਟਾਕਰਾ ਵੀ ਕੀਤਾ ਜੀ। ਬੜੇ ਪਿੰਨ ਪੁਆਇੰਟਡ ਕਰਕੇ ਲੋਕਾਂ ਨੇ ਉਸ ਤਰੀਕੇ ਨਾਲ ਉਹਨਾਂ ਨੇ ਵਿਚਾਰਿਆਂ ਨੇ ਲੇਟਰ ਔਨ ਫਾਂਸੀ ਦੇ ਰੱਸੇ ਵੀ ਚੁੰਮੇ। ਪਰ ਜਿਹੜੀ ਜਨਰਲ ਸਿੱਖ ਕੌਮ, 28 ਮਿਲੀਅਨ ਸਿੱਖ ਕੌਮ, ਉਹਦੇ ਵਿੱਚ ਇੱਕ ਇਹੋ ਜਿਹੀ ਨਿਰਾਸ਼ਾ ਪਰਮਾਨੈਂਟਲੀ ਆ ਚੁੱਕੀ ਸੀ, ਜਿਹੜੀ ਬੇਵਸੀ ਦੇ ਵਿੱਚ ਟਰਨ ਹੋ ਗਈ ਸੀਗੀ। ਉਹ ਬੇਵਸੀ ਜਦੋਂ ਹੋ ਕੁਛ ਨਹੀਂ ਰਿਹਾ, ਜਦੋਂ ਜਿੱਲਤ ਹੀ ਮਿਲ ਰਹੀ ਆ, ਚਾਹੇ ਉਹ ਜੁਡੀਸ਼ਰੀ ਹੋਵੇ, ਮੀਡੀਆ ਵੱਲੋਂ, ਗੌਰਮੈਂਟ ਦੀ ਮਦਦ ਦੇ ਨਾਲ, ਉਸੇ ਲੋਕਾਂ ਨੂੰ ਤੁਸੀਂ ਗਰਦਾਨ ਦਿੰਦੇ ਵੀ ਇਹ ਅੱਤਵਾਦੀ ਨੇ। ਹੁਣ ਤੁਸੀਂ ਹਾਲਾਤ ਦੇਖੋ, ਜਾਤੀ ਤੌਰ ਤੇ ਮੈਂ ਪਰਸਨਲੀ ਇੱਕ ਐਗਜ਼ਾਮਪਲ ਦੇ ਤੌਰ ਤੇ ਵੈਨਕੂਵਰ ਸਨ ਪੜ੍ਹਿਆ ਕਰਨਾ, ਗਲੋਬ ਐਂਡ ਮੇਲ ਅਖਬਾਰ ਰੈਗੂਲਰਲੀ ਘਰ 'ਚ ਲੱਗਿਆ ਸੀਗਾ। ਤੁਸੀਂ ਯਕੀਨ ਕਰੋ, ਜਿਵੇਂ ਸਵੇਰੇ 10 ਵਜੇ ਤੁਸੀਂ ਪੇਪਰ ਪੜ੍ਹ ਰਹੇ ਆ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਵੀ ਰਾਤ ਦੇ 11 ਵੱਜ ਗਏ, ਕਿਉਂਕਿ ਇੰਨਾ ਕੁਛ ਉਹਦੇ ਵਿੱਚ ਲਿਖਿਆ ਹੁੰਦਾ ਸੀਗਾ। ਜਿੱਥੇ ਤੁਸੀਂ ਹੈਗੇ ਵਿਕਟਮ ਆ, ਤੁਹਾਨੂੰ ਪ੍ਰੋਜੈਕਟ ਐ ਕੀਤਾ ਜਾ ਰਿਹਾ ਵੀ ਤੁਸੀਂ ਤਾਂ ਕਿਲਰ ਆ ਜੀ। ਹਿਰਦੇ ਗੁੰਦਰੇ ਜਾਂਦੇ ਸੀਗੇ। ਉਹਦੇ ਚੋਂ ਜਿਹੜੇ ਸਿੱਖ ਵੀਰ ਭੈਣ ਸੀਗੇ, ਉਹ ਬੇਵਸੀ ਦੇ ਦੌਰ ਚੋਂ ਨਿਕਲ ਰਹੇ ਸੀ। ਉਹ 99 ਆ ਗਿਆ। 1999 ਚ ਸਾਰੇ ਜਸ਼ਨ ਮਨਾ ਰਹੇ ਸੀਗੇ 300 ਸਾਲੇ ਦੀਆਂ। ਉਦੋਂ ਤੱਕ ਪਰ ਗੌਰਮੈਂਟ ਸਾਰਾ ਕੁਝ ਨਿਬੇੜ ਕੇ ਇਸ ਬਾਤ ਤੇ ਚਲੇ ਗਈ ਸੀ, ਹੁਣ ਤੁਸੀਂ ਭੁੱਲ ਜਾਓ ਵੀ ਤੁਹਾਡੇ ਮੈਂ ਠੱਪੇ ਤਾਂ ਲਾਤੇ ਵੀ ਤੁਸੀਂ ਨਰੇਟ ਕਰਤਾ ਸਾਰੀ ਦੁਨੀਆ 'ਚ ਤੁਸੀਂ ਅੱਤਵਾਦੀ ਆ, ਪਰ ਹੁਣ ਤੁਸੀਂ ਭੁੱਲ ਕੇ ਬਸ ਅੱਗੇ ਵਧੋ ਜੀ। ਉਹਦੇ ਵਿੱਚੋਂ ਇਹ ਭੈਣ ਜੀ ਇਹ ਜਿਹੜੀ ਚੀਜ਼ ਨਿਕਲੀ, ਉਹਦੇ ਵਿੱਚ ਕੋਈ ਨਾਂ ਨਹੀਂ ਹੈਗੇ। ਬਹੁਤ ਵੀਰ ਭੈਣ ਸੀ ਜਿਨ੍ਹਾਂ ਨੇ ਆਪਸ 'ਚ ਇੱਕ ਦੂਜੇ ਨਾਲ ਵਿਚਾਰਾਂ ਕੀਤੀਆਂ। ਕੀਤਾ ਇਹੀ ਸੀ ਵੀ ਲੋਕਾਂ ਦੀਆਂ ਜਾਨਾਂ ਬਚਾਓ ਤੇ ਸਾਰੀ ਦੁਨੀਆ ਨੂੰ ਦੱਸੋ ਉਹ ਜਾਨਾਂ ਬਚਾ ਕੇ ਵੀ ਸਾਡੇ ਨਾਲ ਕੀ ਹੋਇਆ ਸੀ, ਕਰਨ ਵਾਲਾ ਕੌਣ ਸੀ। ਬਸ ਇੰਨਾ ਸਿੰਪਲ ਹੀ ਸੀਗਾ, ਜਿਹੜਾ ਕੋਈ ਵੱਡੀ ਸੋਚ ਦੇ ਅਧੀਨ ਨਹੀਂ ਸੀ। ਇਹ ਤੈਅ ਆ ਜਿਹੜੇ ਵੀ ਵੀਰ ਭੈਣ ਸੀ। ਤੇ ਬਾਕੀ ਹਾਂ ਵਰਤਿਆ ਨਾ, ਉਹ ਬਹੁਤ ਇੰਟਰਸਟਿੰਗ ਆ। ਜਿਹੜੇ ਸਾਰੇ ਵੀਰਾਂ ਭੈਣਾਂ ਦੇ ਜਾਣਨ ਦੀ ਗੱਲ ਆ, ਉਹ ਨਾਨਕ ਸਾਹਿਬ ਦੀ ਖੇਡ ਜਿਹੜੀ ਵਰਤੀ, ਉਹ ਆਪਾਂ ਬਹੁਤ ਵਿਸਥਾਰ 'ਚ ਸਕਦੇ ਹਾਂ। ਤੇ ਤੁਸੀਂ ਫਿਰ ਸ਼ੁਰੂ ਤੋਂ ਹੀ, ਮਤਲਬ ਉਦੋਂ ਤੋਂ ਹੀ ਨਾਲ ਸੀਗੇ ਜਾਂ ਤੁਸੀਂ ਬਾਅਦ ਦੇ ਵਿੱਚ ਜੁਆਇਨ ਕੀਤਾ? ਕਿਵੇਂ ਤੁਸੀਂ ਨਾਲ ਜੁੜੇ ਹੋ? ਮੈਂ ਜਾਤੀ ਤੌਰ ਤੇ ਸੀ, ਹਾਂਜੀ। ਉਹਨਾਂ 'ਚ ਇਹੋ ਜਿਹੇ ਵੀਰ ਭੈਣ ਵੀ ਸੀ, ਅੱਜ ਧਰਤੀ ਤੇ ਹੈ ਨਹੀਂ ਗੇ, ਉਹ ਚਲੇ ਗਏ ਵਿਚਾਰੇ ਆਪਦਾ ਕੰਮ ਕਰਕੇ।
ਤੇ ਮੈਂ ਉਹਦੇ ਵਿੱਚ ਇੱਕ ਆਰਡੀਨਰੀ ਵਲੰਟੀਅਰ ਦੇ ਤੌਰ ਤੇ ਸ਼ਾਮਲ ਸੀਗਾ, ਪਰ ਹੋਰ ਬਹੁਤ ਵੀਰ ਭੈਣ ਸੀਗੇ। ਹਾਂਜੀ ਹੂੰ। ਜੀ। ਤੇ ਜਦੋਂ ਇਹ ਗੱਲ ਚੱਲੀ ਫਿਰ, ਤੇ ਉਦੋਂ ਕਿੰਨੇ ਕੁ ਮੈਂਬਰ ਸੀਗੇ ਤੇ ਕਿਵੇਂ ਇਹਨੂੰ ਹੁੰਗਾਰਾ ਮਿਲਿਆ, ਕਿਵੇਂ ਇਹਨੂੰ ਤੁਸੀਂ ਅੱਗੇ ਤੋਰਿਆ? ਕੋਈ ਸੌਖਾ ਕੰਮ ਨਹੀਂ ਸੀ ਕਿਸੇ ਨੂੰ ਖੂਨ ਦੇਣ ਵਾਸਤੇ ਤਿਆਰ ਕਰਨਾ ਲੋਕਾਂ ਨੂੰ, ਉਹਦੇ 'ਚ ਆਪ ਪਹਿਲਾਂ ਤਾਂ ਤੁਸੀਂ ਇਨਵੋਲਵ ਹੋਏ ਪਰ ਫਿਰ ਵੀ ਲੋਕਾਂ ਨੂੰ ਨਾਲ ਜੋੜਨਾ, ਕਿਵੇਂ ਇਹ ਜਜ਼ਬਾ ਸੀ ਜਿਹੜਾ ਲੋਕਾਂ ਦੇ ਅੰਦਰ ਤੁਸੀਂ ਭਰਦੇ ਗਏ ਹੌਲੀ ਹੌਲੀ, ਜਿਹੜੀ ਇਹ ਮੁਹਿੰਮ ਅੱਜ ਇੱਥੇ ਤੱਕ ਪੜ ਗਈ ਹੈ? ਭੈਣ ਜੀ, ਨਹੀਂ ਸੀ ਨਹੀਂ ਇਸ ਤਰ੍ਹਾਂ ਵੀ ਜਜ਼ਬਾ ਭਰਨ ਦੀ ਕਪੈਸਿਟੀ ਵੀ ਹੈ ਨਹੀਂ ਸੀਗੀ, ਨਾ ਆਪਦੇ 'ਚ ਇੱਕ ਜ਼ਰੂਰ ਸੀਗਾ, ਇੱਕ ਓਨੈਸਟੀ ਸੀਗੀ। ਜਿਹੜੇ ਵਲੰਟੀਅਰ ਜਿਹੜੇ ਵੀ ਸ਼ਾਮਲ ਹੋਏ ਉਹ ਵੀ ਗੁਰੂ ਦੀ ਖੇਡ ਸੀ। ਯਕੀਨ ਕਰਿਓ, ਜਾਣਦੇ ਨਹੀਂ ਸੀ ਕਿਸੇ ਨੂੰ। ਉਹ ਜਿਹੜੀ ਕੌਮ ਜਦੋਂ ਦਫਾੜ ਹੋਈ ਸੀ ਨਾ, ਲੰਗਰ ਉੱਪਰ ਛਕਣਾ ਥੱਲੇ ਛਕਣਾ, ਉਹਦੇ 'ਚ ਇਹ ਲੋਕ ਵੀਰ ਭੈਣ ਮਿਲੇ ਸੀਗੇ। ਉਹਨਾਂ 'ਚੋਂ ਬਹੁਤੇ ਇੱਕ ਦੂਜੇ ਨੂੰ ਨਹੀਂ ਸੀ ਜਾਣਦੇ ਜੀ, ਤਾਂ ਕਿ ਜਦੋਂ ਮਿਲੇ ਉਹਨਾਂ 'ਚ ਇੱਕ ਪਤਾ ਨਹੀਂ ਉਹ ਗੁਰੂ ਨੇ ਖੇਡ ਕਿਵੇਂ ਵਰਤਾਈ। ਜਿਵੇਂ ਤੁਸੀਂ ਕੋਈ ਵੀਰ ਭੈਣ ਤੁਹਾਨੂੰ ਇਕੱਠੇ ਕਰਕੇ ਦੇ ਦੇਣੇ, ਉਦੋਂ ਤੱਕ ਤਾਂ ਨਹੀਂ ਸੀ ਸਮਝ ਆਉਂਦੀ, ਹੁਣ ਲੇਟਰ ਆਨ ਤਾਂ ਬਹੁਤ ਹੀ ਕਲੀਅਰ ਆ। ਫਿਰ ਇੱਕ ਰਜਿਸਟੈਂਸ ਮਨ ਚ ਆਉਂਦੀ ਸੀ, ਜਿਹੜੇ ਪੜ੍ਹੇ ਲਿਖੇ ਸੀ ਜਿਨ੍ਹਾਂ 'ਚ ਡਾਕਟਰ ਵੀ ਸੀਗੇ, ਉਹ ਦੱਸਦੇ ਸੀ, ਕਹਿੰਦੇ ਕਿਹੜਾ ਰਾਹ ਫੜ ਲਿਆ। ਪੰਜਾਬੀ ਬਲੱਡ ਦਿੰਦੇ, ਪੰਜਾਬੀ ਤਾਂ ਆਪਦੇ ਰਿਸ਼ਤੇਦਾਰ ਨੂੰ ਬਲੱਡ ਦੇਣਾ ਪੈ ਜੇ ਪਿੱਛੇ ਭੱਜਦੇ ਆ। ਅੱਛਾ ਜੀ। ਹਾਂ, ਇੱਕ ਮਨ ਚ ਧਮਕ ਜਿਹਾ ਸੀਗਾ, ਉਹ ਮਨਾ ਜਿਹੜੇ ਲੋਕ ਆਪਦੇ ਪੁੱਤ ਦਿੰਦੇ ਆ, ਜਿਨ੍ਹਾਂ ਨੇ ਲੋਕਾਂ ਲਈ ਆਪਦੇ ਪੁੱਤ ਦੇ ਤੇ ਉਹ ਬਲੱਡ ਨਹੀਂ ਦੇਣਗੇ। ਉਹ ਫਿਰ ਵੀ ਉਹ ਜਿਹੜੇ ਪੜ੍ਹੇ ਲਿਖੇ ਵੀਰ ਸੀ ਉਹ ਇਹੀ ਦੱਸਦੇ ਸੀ, ਉਹ ਕਹਿੰਦੇ ਤੁਹਾਡਾ ਧਮਕ ਜਿਹਾ ਨਿਕਲ ਜਾਣਾ। ਅੱਛਾ। ਹਾਂਜੀ, ਉਦੋਂ ਬਾਅਦ ਜਿਹੜੇ 10,000 ਘਰਾਂ ਦੇ ਵਿੱਚ ਵੀਰ ਭੈਣ ਆਪਦੇ ਪਰਿਵਾਰਾਂ ਨੂੰ, ਬੱਚਿਆਂ ਨੂੰ ਲੈ ਕੇ, ਜੀ ਸਾਡੀਆਂ ਵੀ ਨਾਲ ਹੋਰ ਵਲੰਟੀਅਰ 3-3 ਸਾਲ ਦੀਆਂ ਬੱਚੀਆਂ ਨਾਲ ਸਾਡੇ ਤੁਰੀਆਂ ਸੀਗੀਆਂ। ਰਾਜ ਥੱਕ ਜਾਂਦੀਆਂ ਸੀ, ਕਹਿੰਦੇ ਪਾਪਾ ਲੱਤ ਦੁਖਦੀ ਆ, ਕਿਉਂਕਿ ਥੱਕੇ ਜਾਂਦੇ ਸੀਗੇ, ਉਹ ਜੀ ਚੱਕ ਲੈਂਦੇ ਸੀ। ਅੱਜ ਉਹ 24-24, 25-25 ਸਾਲ ਦੀਆਂ ਬੱਚੀਆਂ ਆਪਦੇ ਕਾਰੋਬਾਰ, ਆਪਦੀਆਂ ਪੜ੍ਹਾਈਆਂ ਕਰਕੇ ਵਲੰਟੀਅਰ ਕਰਦੀਆਂ ਪਿਛਲੇ 22 ਸਾਲ ਦੀਆਂ। ਉਹ ਜਿਹੜਾ ਹੁਣ ਜਜ਼ਬਾ ਕੌਣ ਭਰ ਦੂ? ਫਿਰ ਬਾਅਦ ਚ ਪਤਾ ਲੱਗਿਆ, ਜਿਹੜਾ ਆਪ ਨੂੰ ਬਿਲਕੁਲ ਨਹੀਂ ਸੀ ਪਤਾ ਪੈਣੇ, ਇਹ ਓਨੈਸਟ ਆ। ਨਾਨਕ ਸਾਹਿਬ ਨੇ 239 ਸਾਲ ਦਾ ਸੰਘਰਸ਼ ਕਰਕੇ ਨਾ ਇਸ ਧਰਤੀ ਦੇ ਉੱਤੇ ਜੋ ਰੂਹ ਫੂਕੀ ਹੋਈ ਸੀ ਨਾ, ਉਹ ਨਾ ਮੈਂ ਫੂਕ ਸਕਦਾ, ਨਾ ਕੋਈ ਬੰਦਾ ਕਲੇਮ ਕਰ ਸਕਦਾ। ਉਹ ਸੀਗੀ, ਪਰ ਉਹ ਵਾਈਜ਼ ਹੋ ਗਈ, ਔਰ ਲਾਈਫ ਹੋ ਗਈ। 252 ਡੋਨਰ ਆਏ, 132 ਨੇ ਡੋਨੇਟ ਕਰਤਾ। ਉਹਦੇ ਨਾਲ ਸਾਰੇ ਵੀਰਾਂ ਭੈਣਾਂ, ਪਹਿਲੇ ਸਾਲ ਦੀ ਗੱਲ ਕਰ ਰਹੇ ਹੋ? ਪਹਿਲੇ ਸਾਲ ਦੀ ਜੀ। ਤੇ ਸਾਰੇ ਲੋਅਰ ਮੇਲਲੈਂਡ ਚੋਂ ਇੱਕੋ ਜਗ੍ਹਾ ਤੇ ਇੱਕ ਸੈਂਟਰ ਸੀਗਾ, ਪ੍ਰਚਾਰ ਸੀਗਾ, ਸਾਰਿਆਂ ਨੂੰ ਪਤਾ ਸੀ, ਕਿਉਂਕਿ 10,000 ਘਰ ਨੌਕ ਡਾਊਨ ਕੀਤੇ, ਉਹਨਾਂ ਦੇ ਖੜਕਾਏ ਦਰਵਾਜ਼ੇ ਜਾ ਕੇ। 252 ਆ ਗਏ ਤੇ 132 ਨੇ ਜੋ ਡੋਨੇਟ ਕੀਤਾ, ਉਹ ਜਿਹੜੇ ਸੀਗਾ ਮਨ ਦੇ ਵਿੱਚ ਇੱਕ ਨਾ ਲੱਖਾਂ ਦੀ ਸਾਡੇ ਇੱਕ ਮਨ ਚ ਬਿਰਤੀ ਬਣ ਚੁੱਕੀ ਆ, ਕਿਉਂਕਿ ਦਿਮਾਗ 'ਚ ਇਹ ਸੀ ਵੀ 10,000 ਨੂੰ ਕੀਤੇ, ਹਜ਼ਾਰਾਂ ਦੀ ਗਿਣਤੀ ਚ ਆਉਣਗੇ। ਤੇ ਉਦੋਂ ਬਾਅਦ ਫਿਰ ਇੱਕਦਮ ਉਦਾਸੀ ਉਹ ਸੁਭਾਵਾਂ, ਇਹ ਜਿਹੜਾ ਪ੍ਰੋਸੈਸ ਆ ਨਾ, ਇੰਨਾ ਬਿਊਟੀਫੁਲ ਆ, ਜਿਹ 'ਚ ਇੰਨਾ ਕੁਛ ਗੁਰੂ ਨੇ ਸਿਖਾਇਆ। ਆ ਗਿਆ ਵੀ ਨਹੀਂ ਯਾਰ, ਇਹ ਤਾਂ ਗੱਲ ਨਹੀਂ ਬਣੀ। ਜਦੋਂ ਆ ਕੇ ਕੈਨੇਡੀਅਨ ਬਲੱਡ ਸਰਵਿਸ ਦੇ ਉਹ ਸੈਂਟਰ ਦੀ ਜਿਹੜੀ ਇੰਚਾਰਜ ਸੀ, ਉਹਨੇ ਬਾਹਰ ਆ ਕੇ ਦੱਸਿਆ ਵੀ ਕੈਨੇਡਾ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਅੱਜ ਤੱਕ ਦਾ ਇਹ ਰੈਕਰਡ ਆ, ਇੰਨੇ ਨੰਬਰ। ਉਹ ਫਿਰ ਇੱਕਦਮ ਯੂਫੋਰਿਕ ਮਾਈਂਡ, ਉਹ ਤਾਂ ਜੀ ਬਹੁਤ, ਹੁਣ ਤਾਂ CBC, ਉਹ ਜਿਹੜੇ CNN ਕਿੱਥੇ ਆ? ਇਹ ਤੁਸੀਂ ਫਿਰ ਭਾਣਾ ਵਰਤਿਆ। ਇੱਕ ਸਿੱਖ ਸੀਗਾ ਵਿੱਚ, ਜਿਹੜਾ ਬਹੁਤ ਸਾਨੂੰ ਤਾਂ ਪਹਿਲੀ ਵਾਰ ਮਿਲਿਆ ਸੀ। ਉਹ ਕਹਿੰਦਾ, ਸਿੰਘੋ ਕੀ ਕਹਿੰਦੇ ਹੋ? ਉਹ ਕਹਿੰਦਾ, ਇਹ ਤਾਂ ਬੰਜਰ ਆ ਜਿਹਨੂੰ ਆਪਾਂ ਵਾਹ ਰਹੇ ਆ। ਕਹਿੰਦਾ, ਵਾਹਾਂਗੇ, ਫਿਰ ਸੁਹਾਗਾ ਫਿਰਾਂਗੇ, ਖੇਤ ਫਿਰ ਗੁੱਡਾਂਗੇ, ਇੱਕ ਦਿਨ ਹਰੀ ਭਰੀ ਹੋਊਗੀ ਜ਼ਰੂਰ। ਤੁਸੀਂ ਉਦੋਂ ਬਾਅਦ ਹਜ਼ਾਰਾਂ ਕੀ 1.5 ਲੱਖ ਦੀਆਂ ਜਾਨਾਂ ਬਚਾ ਕੇ ਸਿੱਖ ਕੌਮ ਬੈਠੀ ਆ। ਫਿਰ ਹੁਣ ਤਾਂ ਤੁਸੀਂ ਫਖਰ ਮਹਿਸੂਸ ਕਰ ਰਹੇ ਹਾਂ ਆਪਾਂ। ਇਕਬਾਲ ਸਿੰਘ ਵੀਰ ਜੀ ਨੂੰ ਵੀ ਆਪਾਂ ਸ਼ਾਮਲ ਕਰੀਏ ਪ੍ਰੋਗਰਾਮ ਦੇ ਵਿੱਚ। ਵੀਰ ਜੀ, ਤੁਸੀਂ ਕਦੋਂ ਇਨਵੋਲਵ ਹੋਏ? ਭੈਣ ਜੀ, ਮੇਰੀ ਕਹਾਣੀ ਬੜੀ ਵਿਲੱਖਣ ਜੀ ਆ। ਇਸ ਕੰਪੇਨ ਦੇ ਵਿੱਚ ਮੈਂ ਕਿਸੇ ਟੇਢੇ ਜਿਹੇ ਤਰੀਕੇ ਨਾਲ ਆਇਆ। ਮੇਰਾ ਬ੍ਰਦਰ ਪਹਿਲਾਂ ਇੱਕ ਵਾਰੀ ਕਿਸੇ ਵੀਰ ਦੇ ਨਾਲ ਭੁਲੇਖੇ ਨਾਲ ਆ ਗਿਆ ਸੀਗਾ, ਜਿੱਥੇ ਕੰਪੇਨ ਦੀ ਮੀਟਿੰਗ ਚੱਲਦੀ ਸੀ, ਤੇ ਉੱਥੇ ਵੀਰ ਥੱਲੇ ਬੈਠੇ ਮੀਟਿੰਗ ਕਰਦੇ ਸੀਗੇ, ਤੇ ਉਹਨੂੰ ਏਦਾਂ ਭੁਲੇਖਾ ਪਿਆ ਜਿਵੇਂ ਕੋਈ ਇੱਥੇ ਅਫਸੋਸ ਕਰ ਰਹੇ ਹੋਣ, ਪਰ ਉਹ ਵੀ ਵਿੱਚ ਜਾ ਕੇ ਬੈਠ ਗਿਆ। ਤੇ ਉਹ
ਵੀਰ ਮੇਰਾ ਕਲੀਨ ਸ਼ੇਵਨ, ਨਿੱਕੇ ਨਿੱਕੇ ਜਿਹੇ ਵਾਲ ਸਿਰ ਤੋਂ ਐਂ ਕਰਕੇ ਥੋੜੇ ਜਿਹੇ ਥੱਲੇ ਨੂੰ ਕਰਕੇ ਕੱਟਦਾ ਸੀਗਾ। ਉੱਥੇ ਉਹਨੇ ਜਦੋਂ ਗੱਲਾਂ ਬਾਤਾਂ ਸੁਣੀਆਂ ਤਾਂ ਪਹਿਲਾਂ ਉਹਨੂੰ ਕੋਈ ਵਾਸਤਾ ਨਹੀਂ ਇਸ 1984 ਦੇ ਦਰਦ ਬਾਰੇ। ਉੱਥੋਂ 25 ਸਾਲਾਂ ਦਾ ਹੋ ਕੇ ਆਇਆ ਸੀ ਉਹ ਵੀ, ਭਾਰਤ ਦੀ ਧਰਤੀ ਤੋਂ ਉਸ ਦਿੱਲੀ ਵਿੱਚ ਦੀ ਅਨੇਕਾਂ ਵਾਰ ਲੰਘਿਆ ਸੀ, ਪਰ ਉਸ ਦਿਨ ਉਹਦੇ ਅੰਦਰ ਇੱਕ ਐਸਾ ਦਰਦ ਉਹਨੂੰ ਗੱਲਬਾਤ ਸੁਣ ਕੇ ਲੱਗਿਆ। ਉਹਨੇ ਆ ਕੇ ਮੇਰੇ ਨਾਲ ਘਰੇ ਗੱਲਬਾਤ ਕਰੀ। ਉਸ ਤੋਂ ਬਾਅਦ ਉਹ ਕਿਸੇ ਰੀਜ਼ਨ ਕਰਕੇ ਉਹਨੂੰ ਪੰਜਾਬ ਜਾਣਾ ਪੈ ਗਿਆ, ਤੇ ਉਹ ਮੈਨੂੰ ਕਹਿੰਦਾ ਵੀ ਆਹ ਵੀਰਾਂ ਵਲੰਟੀਅਰ ਵੀਰਾਂ ਦੇ ਫੋਨ ਆਉਂਦੇ ਆ ਤੇ ਤੂੰ ਜਾ ਕੇ ਆਈ। ਇਹ ਤਾਂ ਭੈਣ ਜੀ ਐਕਸਪਲੇਨ ਕਰਨ ਨੂੰ ਟਾਈਮ ਲੱਗ ਜਾਊਗਾ, ਪਰ ਜਦੋਂ ਮੈਂ ਉੱਥੇ ਗਿਆ, ਪਰ ਤੁਸੀਂ ਯਕੀਨ ਜਾਣਿਓ ਮੈਂ ਅੱਜ ਤੱਕ ਉੱਥੇ ਹੀ ਬੈਠਾ, ਮੈਂ ਮੁੜ ਕੇ ਆ ਹੀ ਨਹੀਂ ਸਕਿਆ। ਮੇਰੀ ਜਾਨੀ ਬਰੀਫ ਦੇ ਵਿੱਚ ਹੁਣ ਤੁਸੀਂ ਇਹ ਚੀਜ਼ ਨੂੰ ਮੇਰਾ ਖਿਆਲ ਆ ਵੀ ਮਹਿਸੂਸ ਕਰ ਸਕਦੇ ਹੋ। ਇਸ ਨੂੰ ਲਿਖਣ ਨੂੰ ਤਾਂ ਬਹੁਤ ਵੱਡੀ ਬੁੱਕ ਵੀ ਲਿਖੀ ਜਾ ਸਕਦੀ ਹੈ, ਇਹੋ ਜਿਹੀ ਸੀ ਜਿਹੜਾ ਤੂੰ ਵਾਪਸ ਨਹੀਂ ਮੁੜ ਕੇ ਆਇਆ। ਸੋ ਮੇਰੀ ਕੁਝ ਇਹੋ ਜਿਹੀ ਕਹਾਣੀ ਆ, ਜਿਹੜੇ ਵੀਰ ਕਰਕੇ, ਵੱਡੇ ਵੀਰ ਕਰਕੇ ਮੈਂ ਆਇਆ। ਅੱਜ ਉਹ ਵੀ ਵੀਰ, ਉਹਦਾ ਜੀਵਨ ਬਦਲਿਆ ਹੋਇਆ। ਕਿਤੇ ਉਹ ਤੁਹਾਡੇ ਪ੍ਰੋਗਰਾਮ ਤੇ ਵੀ ਆ ਕੇ ਗਿਆ ਸੀ, ਜਿਹਨੇ ਬੇਸਿਕਲੀ ਮੈਂ ਉਹਨਾਂ ਨੂੰ ਇੱਥੇ ਟੀਵੀ ਵਾਲੇ ਪ੍ਰੋਗਰਾਮ 'ਚ ਵੀ ਬੁਲਾ ਰਹੀ ਹਾਂ ਇੱਕ ਦਿਨ, ਕਿਉਂਕਿ ਉਹ ਵੀ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਸਫ਼ੇ ਨੇ ਉਹ ਅਸੀਂ ਉਲੱਦਾਂਗੇ ਔਰ ਲੋਕਾਂ ਨੂੰ ਉਹਦੇ 'ਚੋਂ ਬੜਾ ਕੁਝ ਪੜ੍ਹਨ ਨੂੰ ਤੇ ਸਿੱਖਣ ਨੂੰ ਮਿਲੇਗਾ। ਮੈਂ ਤੁਹਾਡੇ ਨਾਲ ਗੱਲ ਨੂੰ ਅੱਗੇ ਤੋਰਦੀ, ਪਰ ਉਸ ਤੋਂ ਪਹਿਲਾਂ ਮੈਂ ਸਾਂਝਾ ਟੀਵੀ ਵੇਖਣ ਵਾਲੇ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਦੂਰ ਦੂਰ ਤੱਕ ਦੁਨੀਆ ਭਰ ਦੇ ਵਿੱਚ ਬੈਠੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗੀ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਕੋਈ ਵੀ ਦੁਬਿਧਾ ਹੋਵੇ, ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ ਇਹਨਾਂ ਵੀਰਾਂ ਨੂੰ ਪੁੱਛ ਸਕਦੇ ਹੋ। ਅਗਰ ਤੁਸੀਂ ਖੂਨ ਦਾਨ ਕਰਦੇ ਆਏ ਹੋ ਹੁਣ ਤੱਕ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੈਸੇ ਇਹ ਇੱਕ ਮੇਰਾ ਖਿਆਲ ਹੈ ਕਿ ਅੰਦਰੋਂ ਅਹਿਸਾਸ ਹੈ ਜਿਹਦੇ ਮਨ 'ਚ ਪੈਦਾ ਹੋ ਜਾਂਦਾ ਹੈ, ਜਾਗ ਪੈਂਦਾ ਅਤੇ ਫਿਰ ਉਹ ਉਮਰ ਭਰ ਇਹਦੇ ਨਾਲ ਜੁੜਿਆ ਰਹਿੰਦਾ। ਜੇ ਹਾਲੇ ਤੱਕ ਤੁਸੀਂ ਇੱਧਰ ਨੂੰ ਨਹੀਂ ਤੁਰੇ ਤੇ ਇੱਕ ਬਹੁਤ ਵਧੀਆ ਅਹਿਸਾਸ ਹੈ ਜਿਹਨੂੰ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹੋ। ਤੇ ਜੇ ਤੁਹਾਡਾ ਕੋਈ ਸਵਾਲ ਹੈ, ਬੇਸਿਕ ਜਾਣਕਾਰੀ ਜਾਂ ਵੈਸੇ ਤੁਸੀਂ ਕੁਝ ਪੁੱਛਣਾ ਦੱਸਣਾ ਚਾਹੁੰਦੇ ਹੋ, ਤੇ ਸਕਰੀਨ ਤੇ ਜਿਹੜਾ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਉਹ ਨੰਬਰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਵੀਰ ਜੀ ਮੈਨੂੰ ਦੱਸੋ ਸਰਦਾਰ ਬਰਜਿੰਦਰ ਸਿੰਘ ਜੀ ਕਿ ਯੂਥ ਹੈ ਜਿਹੜਾ ਇਹਦੇ ਨਾਲ ਕਿੰਨਾ ਕੁ ਜੁੜਿਆ ਹੋਇਆ? ਜੀ ਜਿਵੇਂ ਵੀਰ ਨੇ ਕਿਹਾ, ਇਹ 2011 ਦੇ ਵਿੱਚ ਆਏ ਸੀਗੇ ਤੇ ਮੈਨੂੰ ਤਾਂ ਇਹ ਅੱਜ ਵੀ ਯੂਥ ਨੇ ਤੇ ਉਦਣ ਇਦੋਂ 10 ਸਾਲ ਪਿੱਛੇ ਸੀਗੇ। ਤੁਸੀਂ ਯਕੀਨ ਕਰਿਓ, ਜਿਹੜੀ 20-22 ਸਾਲ ਦੀ ਖੇਡ ਆ ਨਾ, ਇਹ ਲਾਈਫ ਦਾ ਮੋਸਟ ਫੈਸੀਨੇਟਿੰਗ ਪਾਰਟ ਹੈਗਾ। ਇਹਦੇ ਵਿੱਚ ਜਿਹੜਾ ਜਿਵੇਂ ਵੀਰ ਨੇ ਕਿਹਾ, ਜਿਹੜਾ ਇੱਕ ਵਾਰੀ ਆ ਗਿਆ ਨਾ, ਜਿਹੜੇ ਉੱਥੇ ਡੋਨਰ ਵੀ ਜਾਂਦੇ ਨੇ, ਜਦੋਂ ਇਕੱਠੇ ਹੋ ਕੇ ਬਹਿੰਦੇ ਨੇ, ਉਹ ਅਕਸਰ ਹੀ ਆਪਦੇ ਮੂੰਹੋਂ ਕਹਿੰਦੇ ਆ, ਉਹ ਕਹਿੰਦੇ ਜਿਹੜਾ ਇੱਥੇ ਪਿਆਰ ਮਿਲਦਾ ਯਾਰ ਕਦੇ ਦੇਖਿਆ ਨਹੀਂ। ਹੁਣ ਪਿਆਰ ਕੀ ਆ? ਬੰਦਾ ਕਿੰਨਾ ਕੁ ਪਿਆਰ ਕਰ ਸਕਦਾ ਇੱਕ ਦੂਜੇ ਨੂੰ? ਨਹੀਂ, ਇਹ ਰਾਈਟ ਨਹੀਂ ਹੈਗਾ। ਉੱਥੇ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਨਿਸ਼ਾਨ, ਕਿਉਂਕਿ ਹਰ ਇੱਕ ਕੁਛ ਦੇਣ ਆਉਂਦਾ। ਕਿਉਂਕਿ ਆਮ ਆਪਾਂ ਜ਼ਿੰਦਗੀ ਜਾਂਦੇ ਆ, ਕੋਈ ਖੋ ਰਿਹਾ ਹੁੰਦਾ, ਕੋਈ ਲੈ ਰਿਹਾ ਹੁੰਦਾ। ਉੱਥੇ ਹਰ ਇੱਕ ਦੇ ਮਨ 'ਚ ਇਹੀ ਹੁੰਦਾ, ਚਾਹੇ ਵਲੰਟੀਅਰ ਚਾਹੇ ਡੋਨਰ ਆ, ਉਹ ਕਹਿੰਦਾ ਮੈਂ ਕੁਛ ਦੇਣਾ ਕੀ ਹੈ? ਕਿਸੇ ਨੂੰ ਜਾਨ ਬਚਾਉਣੀ, ਗੱਲਾਂ ਨਾਲ ਨਹੀਂ, ਆਪਦੇ ਨਾੜਾਂ 'ਚੋਂ ਖੂਨ ਕਢਾਉਣਾ। ਜੀ ਜਿਹੜਾ ਚਾਹੇ ਯੂਥ ਆਉਂਦਾ ਚਾਹੇ ਓਲਡ ਆਉਂਦਾ, ਉੱਥੇ ਨਿਬੜਦੀ ਇਹ ਗੱਲ ਆ, ਜਿਵੇਂ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਕੀਤਾ ਨਾ, 8ਵੇਂ ਪਾਤਸ਼ਾਹ, ਛੋਟੀ ਉਮਰ ਆ। ਗੁਰੂ ਅਮਰਦਾਸ ਜੀ ਬਹੁਤ ਵੱਡੀ ਉਮਰ 'ਚ ਜਾ ਕੇ ਗੁਰਗੱਦੀ ਤੇ ਬਹਿੰਦੇ ਆ। ਉਹ ਸਾਰੀ ਗੁਰੂ ਨਾਨਕ ਦੇ ਘਰ ਦੀ ਕਹਾਣੀ ਇਸ ਕੰਪੇਨ 'ਚੋਂ ਦਿੰਦੀ ਆ। ਉਹ ਕੋਈ ਇਹੋ ਜਿਹਾ ਨਹੀਂ ਵੀ ਕੋਈ ਜੀ ਗਾਤਰਾ ਪਾਇਆ ਉਹ ਦਰਸ਼ਨੀ ਆ, ਉਹ ਸਿੱਖ ਆ, ਤੇ ਦੂਜਾ ਹੈ ਨੀ ਗਾ। ਉੱਥੇ ਵੱਲ ਸਾਰੀ ਕਲੈਰਿਟੀ ਇਸ ਕੰਪੇਨ 'ਚੋਂ ਜਿਹੜੀ ਮਿਲੀ, ਉਹ ਕਿਤਾਬਾਂ 'ਚੋਂ ਮਿਲਦੀ ਨਹੀਂ ਹੈਗੀ। ਉਹ ਤੋਂ ਪਤਾ ਲੱਗਦਾ ਇੱਕ ਜਾਂ ਆਪਾਂ ਨੂੰ ਮਾਰਨ ਵਾਲੇ ਨੇ ਪਛਾਣਿਆ ਜਾਂ ਉਹਨੇ ਦੇਖਿਆ ਸੀਗਾ। ਨਹੀਂ, ਉਹ ਕਹਿੰਦਾ ਮੈਂ ਨਹੀਂ ਦੇਖਦਾ ਤੁਸੀਂ ਕਿਹੜੇ ਵਰਗ ਦੇ ਆ, ਕਿਹੜੀ ਸੈਕਸ਼ਨ 'ਚ ਜਿਹੜੀਆਂ ਮੈਂ ਤੁਹਾਡੀ ਕੈਟੇਗਰੀਆਂ ਬਣਾਈਆਂ ਹੋਈਆਂ ਨੇ, ਉਹ ਵੀ ਉਹਨੇ ਬਣਾਈਆਂ। ਸਾਰੀ ਸੋਚ ਨੇ ਬਣਾਈਆਂ ਨਾ। ਇਹ ਉੱਚਾ ਸਿੱਖ ਆ, ਨੀਵਾਂ ਸਿੱਖ ਆ, ਫਲਾਨਾ ਸਿੱਖ ਆ। ਉਹ ਤੋਂ ਬਾਅਦ ਕਾਂਗਰਸੀ ਬੀਜੇਪੀ ਦਾ ਭਾਵ ਬਣ ਗਏ। ਉਹ ਕਹਿੰਦਾ ਮੈਂ ਤੁਹਾਨੂੰ ਸਿਰਫ ਨਿਰੋਲ ਗੁਰੂ ਨਾਨਕ ਦੇ ਸਿੱਖ ਗਿਣਦਾ, ਮਾਰਨ ਵੇਲੇ ਹੈ ਨਾ। ਜੀ ਜੀ, ਇਸ ਕੰਪੇਨ ਨੇ ਬਿਲਕੁਲ ਇਸ ਤਰੀਕੇ ਨਾਲ ਸਮਝਾਇਆ। ਉਹ ਕਹਿੰਦੇ ਦੇਖੋ ਪਏ ਆ ਬੈੱਡਾਂ ਤੇ, ਦੇਖੋ ਨਾ ਪਏ। ਇਹਨਾਂ ਨੂੰ ਆਪਦੀ ਕੌਮ ਦੇ ਨਾਲ ਚਾਅ, ਮਨੁੱਖਤਾ ਦਾ ਦਰਦ ਵੀ ਨਾਲ ਆ। ਫਿਰ ਤੁਸੀਂ ਇਹ ਦੇਖ ਰਹੇ ਵੀ ਦੇਖਣ ਨੂੰ ਕਿਹੋ ਜਿਹੇ ਲੱਗਦੇ ਆ। ਕਹਿੰਦਾ ਤੁਸੀਂ ਨਾ ਜੱਜ ਕਰੋ,
ਇਹ ਸਾਰੇ ਵੀਰਾਂ ਭੈਣਾਂ ਨੂੰ ਵੀ ਮੇਰੀ ਬੇਨਤੀ ਆ ਵੀ ਇਸ ਚੀਜ਼ ਨੂੰ ਤੁਸੀਂ ਮਨਾਂ ਦੇ ਵਿੱਚ ਵਸਾਓ। ਗੁਰੂ ਨਾਨਕ ਦੇ ਸਿੱਖ ਨੂੰ ਤੁਸੀਂ ਬਿਲਕੁਲ ਜੱਜ ਕਰਕੇ ਨਾ ਦੱਸੋ ਆ ਸਿੱਖ ਹੈਗਾ ਕਿ ਨਹੀਂ। ਉਹਦੇ ਕਿਰਦਾਰ ਤੋਂ, ਉਹਦੇ ਕਰਨ ਤੋਂ ਦੇਖੋ, ਉਹ ਦੂਜੀ ਤਾਂ ਚੇਂਜ ਹੁੰਦੀ ਰਹਿੰਦੀ ਆ। ਅੱਛਾ ਵੀਰ ਜੀ, ਮੈਂ ਇੱਕ ਦੋ ਸਵਾਲ ਤੁਹਾਨੂੰ ਹੋਰ ਪੁੱਛਣੇ ਚਾਹੁੰਦੀ ਹਾਂ। ਇਹ ਜਿਹੜਾ ਸਮਾਂ ਸੀਗਾ ਨਵੰਬਰ 1984 ਦਾ ਜੀ, ਇਹਦੇ ਵਿੱਚ ਸਾਡੇ ਜਿਹੜੇ ਭੈਣ ਭਰਾ ਉੱਥੇ ਮਾਰੇ ਗਏ, ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ, ਸਾੜੇ ਗਏ, ਜਿਉਂਦਿਆਂ ਨੂੰ ਸਾੜਿਆ ਗਿਆ। ਮੈਂ ਇੱਕ ਇੰਟਰਵਿਊ ਅੱਜ ਦੇਖ ਰਹੀ ਸੀ, ਮਾਂ ਰੋ ਰਹੀ ਹੈ, ਗੱਲਾਂ ਕਰ ਰਹੀ ਹੈ, ਕਹਿੰਦੀ ਮੈਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੈਂ ਹੱਥ ਜੋੜ ਕੇ ਖੜੀ ਰਹੀ, ਅਰਦਾਸ ਕਰਦੀ ਰਹੀ, ਉੱਧਰੋਂ ਮੈਂ ਆਵਾਜ਼ਾਂ ਮਾਰਦੀ ਰਹੀ ਵੀ ਮੇਰੇ ਪੁੱਤ ਨੂੰ ਸਾੜਿਓ ਨਾ। ਪਰ ਕਹਿੰਦੀ ਉਹ ਕੈਮੀਕਲ ਪਤਾ ਨਹੀਂ ਕੀ ਸੀ ਉਹਨਾਂ ਕੋਲੇ, ਜਿਹੜੇ ਦੇਖਦਿਆਂ ਕਹਿੰਦੀ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਪੁੱਤ ਸੀ ਜਿਹੜਾ ਕਹਿੰਦੀ ਉਹ ਸਾੜ ਦਿੱਤਾ ਉਹਨਾਂ ਨੇ। ਉਹ ਸਾਰਿਆਂ ਨੂੰ ਇੱਦਾਂ ਹੀ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਔਰਤਾਂ ਰਹਿ ਗਈਆਂ ਕਈ ਘਰਾਂ ਦੇ ਵਿੱਚ, ਛੋਟੀਆਂ ਬੱਚੀਆਂ ਸੀ ਜਿਹੜੀਆਂ ਫਿਰ ਵੱਡੀਆਂ ਹੋਈਆਂ, ਹੁਣ ਕਿੰਨੇ ਸਾਲਾਂ ਦੀ ਗੱਲ ਹੈ। ਉਸ ਤੋਂ ਬਾਅਦ ਇੱਕ ਵਿਧਵਾ ਕਲੋਨੀ ਬਣਦੀ ਹੈ, ਜਿਹੜੀ ਸ਼ਾਇਦ ਦੁਨੀਆ ਭਰ ਦੇ ਵਿੱਚ ਇੱਕ ਐਸੀ ਪਹਿਲੀ ਕਲੋਨੀ ਹੈ ਜਿੱਥੇ ਸਿਰਫ ਉਹ ਔਰਤਾਂ ਜਿਨ੍ਹਾਂ ਦੇ ਸਿਰ ਤੇ ਨਾ ਆਦਮੀ, ਨਾ ਭਰਾ, ਨਾ ਪੁੱਤ, ਕੋਈ ਵੀ ਨਹੀਂ ਸੀ, ਇਕੱਲੀਆਂ ਔਰਤਾਂ ਰਹਿ ਗਈਆਂ। ਕਦੇ ਤੁਹਾਡੇ ਵਿੱਚੋਂ, ਜਾਂ ਜਿਹੜੇ ਦੇਖੋ ਵਲੰਟੀਅਰ ਤਾਂ ਵਲੰਟੀਅਰ ਹੈ, ਪਰ ਇਹ ਕੰਮ ਕਈ ਵਾਰੀ ਸਾਡੀ ਸੋਚ ਦੇ ਅਨੁਸਾਰ ਵੀ ਅਸੀਂ ਕਰਦੇ ਹਾਂ, ਕਦੇ ਤੁਸੀਂ ਉੱਥੇ ਜਾ ਕੇ ਵੇਖਿਆ ਕਿਵੇਂ ਉਹਨਾਂ ਲੋਕਾਂ ਦੀ ਉਸ ਤੋਂ ਬਾਅਦ 84 ਤੋਂ ਬਾਅਦ, ਨਵੰਬਰ 84 ਤੋਂ ਬਾਅਦ ਜ਼ਿੰਦਗੀ ਉਹਨਾਂ ਦੀ ਕਿਵੇਂ ਹੁਣ ਤੱਕ ਗੁਜ਼ਰੀ ਹੈ, ਕਿਸ ਤਰ੍ਹਾਂ ਦੇ ਹਾਲਾਤਾਂ 'ਚ ਉਹ ਲੰਘ ਰਹੇ ਨੇ? ਸੁਣਨ 'ਚ ਇਹ ਆ ਰਿਹਾ ਕਿ ਉਹਨਾਂ ਦਾ ਰਹਿਣ ਸਹਿਣ ਆ ਜਿਹੜਾ ਬਹੁਤ ਨੀਵੇਂ ਪੱਧਰ ਦਾ ਹੈ ਹੁਣ ਵੀ ਇਸ ਵੇਲੇ। ਇਹਦੇ ਬਾਰੇ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਉਹ ਲੋਕ ਨੇ ਜਿਹੜੇ ਸਾਡੇ ਆਪਣੇ ਨੇ। ਅਸੀਂ ਜਾਨਾਂ ਤਾਂ ਬਚਾ ਰਹੇ ਹਾਂ, ਬਹੁਤ ਵੱਡਾ ਕਦਮ ਹੈ ਇਹ ਜਿਹੜਾ ਅਸੀਂ ਚੁੱਕਿਆ ਔਰ ਅਸੀਂ ਅੱਗੇ ਵਧ ਰਹੇ ਹਾਂ, ਪਰ ਉਹਨਾਂ ਲੋਕਾਂ ਦੀ ਕੀ ਅਸੀਂ ਸਾਰ ਵੀ ਲਈ ਹੈ ਮੁੜ ਕੇ? ਜੀ ਜਿੱਥੋਂ ਤੱਕ ਜੇ ਤਾਂ ਕੰਪੇਨ ਦੇ ਨਾਲ ਅਸੀਂ ਆਪਾਂ ਗੱਲ ਕਰਦੇ ਹਾਂ, ਉੱਥੇ ਆਪਾਂ ਬਿਲਕੁਲ ਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਸਪਸ਼ਟ ਕਰਾਂਗੇ ਅਸੀਂ ਕੁਛ ਨਹੀਂ ਕੀਤਾ ਕੰਪੇਨ ਦੇ ਤੌਰ ਤੇ ਜੀ। ਪਰ ਦੁਨੀਆ ਦੇ ਵਿੱਚ ਜਿਹੜੀ ਇੱਕ ਬਿਲਕੁਲ ਆਲਮੋਸਟ ਢਕੀ ਜਾ ਰਹੀ ਚੀਜ਼ ਆ, ਉਹਨੂੰ ਵੀਰਾਂ ਭੈਣਾਂ ਨੇ ਇੱਕ ਆਪਦੇ ਇੱਕ ਟੱਕ ਲਾ ਕੇ ਕੋਸ਼ਿਸ਼ ਕੀਤੀ ਵੀ ਦੁਨੀਆ ਦੇ ਸਾਹਮਣੇ ਉਹਦੇ ਵੀਰਾਂ ਭੈਣਾਂ ਨੂੰ ਰਿਅਲਾਈਜ਼ ਕਰਾਇਆ ਜਾਵੇ। ਇਹ ਬਹੁਤ ਵੱਡਾ ਕੰਮ ਆ। ਜਿੱਥੋਂ ਤੱਕ ਸਭਾ ਸੁਸਾਇਟੀਆਂ ਨੇ, ਜਿੱਥੋਂ ਬਾਹਰਲੇ ਜਿਹੜੇ ਆਜ਼ਾਦ ਦੇਸ਼ ਵਸਦੇ ਲੋਕ, ਆਜ਼ਾਦ ਦੇਸ਼ਾਂ ਦੇ ਵਿੱਚ ਲੋਕ ਵਸਦੇ ਨੇ, ਇਹ ਵੱਡੇ ਲੈਵਲ ਤੇ ਕਰਨ ਵਾਲਾ ਹੈਗਾ। ਪਰ ਜਿੱਥੋਂ ਤੱਕ ਆਪਣੇ ਜਿਹੜੇ ਵਲੰਟੀਅਰ ਆ, ਤੁਸੀਂ ਯਕੀਨ ਕਰਿਓ ਬਈ ਕੋਈ ਦਿਨ ਨਹੀਂ ਬੀਤਦਾ, ਕੋਈ ਦਿਨ ਜਦੋਂ ਉਹ ਵਿਧਵਾ ਕਲੋਨੀਆਂ ਇਕੱਲੀਆਂ ਨਹੀਂ, ਆ ਹੋਂਦ ਚੱਲੜ ਨੇ, ਪਤਾ ਨਹੀਂ ਕਿੰਨੇ ਹੋਂਦ ਚੱਲੜ ਨੇ, ਜਦੋਂ ਉਹਨਾਂ ਦੇ ਬਿਲਕੁਲ ਜ਼ਿਹਨ ਦੇ ਵਿੱਚ ਉਹ ਚੀਜ਼ਾਂ ਨਹੀਂ ਜਾਂਦੀਆਂ, ਅਸੀਂ ਭਾਈ ਤਾਂ ਤੁਰ ਨਹੀਂ ਨਾ ਸਕਦੇ। ਹੁਣ ਜਿਵੇਂ ਕੈਂਪੇਨ ਆ, ਕਈ ਵਾਰ ਦੇਖਦੇ ਆ ਵੀਰ ਭੈਣ ਸੋਚਦੇ ਨਵੰਬਰ ਦੇ ਵਿੱਚ ਜੀ ਕੋਈ ਆਉਂਦੇ ਆ ਡੋਨਰ ਜਾਂਦੇ, ਨਹੀਂ, ਇਹ ਲਗਾਤਾਰ ਨਿਰੰਤਰ ਉਹ ਇੱਕ ਦੂਜੇ ਦੇ ਸੰਪਰਕ 'ਚ ਨੇ। ਅੱਜ ਕਲੋਨੇ 'ਚ ਹੋਣਾ, ਫਿਰ ਆਪਾਂ ਵਿਨੀਪੈਗ 'ਚ ਕਿਵੇਂ ਜਾਣਾ, ਆਪਾਂ ਵੀਰ ਭੈਣ ਉਠਾਉਣੇ ਨੇ, ਉਹਨਾਂ ਨੂੰ ਰਿਲਾਈਜੇਸ਼ਨ, ਕਿਉਂਕਿ ਕੰਪੇਨ ਬਲੱਡ ਡੋਨੇਸ਼ਨ ਇਜ਼ 10%, 90% ਤਾਂ ਹੈਗਾ ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਬੱਚੀਆਂ ਨੇ। ਇਹ ਤਹਈਆ ਵੀ 28 ਮਿਲੀਅਨ ਉੱਠੇ, ਇਸ ਕਰਕੇ ਉਹਨਾਂ ਦਾ ਜਿਵੇਂ ਇੱਕ ਹੁੰਦਾ ਵੀ ਨਹੀਂ ਜੀ ਉਹਨਾਂ ਨੂੰ ਸੰਭਾਲ ਲਓ। ਬਹੁਤ ਯਕੀਨ ਕਰਿਓ, ਪੂਰਨ ਵਿਸ਼ਵਾਸ ਆ, ਇਹ ਨਾ ਪਹਿਲਾ ਨਾ ਇਹ ਆਖਰੀ ਆ, ਇਹ ਤਾਂ ਨਿਰੰਤਰ ਚੱਲੂਗਾ। ਜਿਹੜਾ ਅੱਜ ਵੀ ਤੁਸੀਂ ਕਿਸੇ ਕੰਟੈਕਸਟ 'ਚ ਆਪਾਂ ਦੇਖਦੇ ਆ ਨਾ, ਸਿੰਪਲ ਹੁੰਦਾ ਜਿਹਨੇ ਜ਼ਮੀਨਾਂ ਦਾ ਰੌਲਾ ਜੀ, ਉਹ ਕਦੇ ਪਾਣੀ ਦਾ ਰੌਲਾ ਜੀ, ਰੌਲਾ ਤਾਂ ਸਿੰਪਲ ਇਹ ਆ, ਉਹ ਜਿਹੜੀ ਸੋਚ ਨੂੰ ਚੈਲੰਜ ਕਰਨ ਵਾਲੇ ਸਰੀਰ ਨੇ ਨਾ, ਉਹਨਾਂ ਨੇ ਨਿਪਟਣਾ। ਉਹਨਾਂ ਨੂੰ ਜਿਵੇਂ ਤੁਸੀਂ ਕਹਿੰਦੇ ਵੀ ਆਪਾਂ ਲੱਖ ਜਿਹੜੇ ਵੀਰ ਭੈਣਾਂ ਨੂੰ ਵੀ ਇਹ ਤਾਂ ਕੌਮ ਲੰਗਰ ਛਕਾ ਦਿੰਦੀ ਆ, ਉਹ ਕਹਿੰਦਾ ਮੈਂ ਤਾਂ ਤੁਹਾਨੂੰ ਰੋਟੀ ਤੋਂ ਆਹਰਾ ਕਰ ਦੂੰ, ਕਿਉਂਕਿ ਮੈਂ ਤੁਹਾਡੀ ਸੋਚ ਨੂੰ ਬਿਲਕੁਲ ਨਿਚੋੜ ਦੇਣਾ। ਇਸ ਕਰਕੇ ਉਹ ਜਿਹੜੀ ਵਿਧਵਾ ਕਲੋਨੀ ਤੇ ਫੋਕਸ ਕਰਕੇ ਇਹ ਚੀਜ਼ਾਂ ਆਪਾਂ ਕਰਤਾ ਰਹੇ ਹਾਂ। ਉਹ ਤਾਂ 25,000 ਜਿਹੜੀਆਂ ਲਾਸ਼ਾਂ ਮਾਵਾਂ ਦੀਆਂ ਬੱਚਿਆਂ ਦੀ ਘਰਾਂ 'ਚ ਨਹੀਂ ਆਈਆਂ ਹੋਈਆਂ, ਉਹ ਵੀ ਉੱਥੇ ਬੈਠੀਆਂ ਨੇ। ਹੁਣ ਆਪਾਂ ਕਹੀਏ ਵੀ ਆਪਾਂ ਯਾਰ ਉਹਨਾਂ ਦਾ ਕੁਛ ਕੀਤਾ, ਉਹ ਕਹਿੰਦਾ ਨਹੀਂ, ਸੱਚੀ ਕੁਛ ਨਹੀਂ ਕਰ ਸਕੇ। ਪਰ ਯਕੀਨ ਹੈ ਜੇ ਕੌਮ ਨਾ ਉੱਠੀ
ਇਹ ਦੁਬਾਰਾ ਬਹੁਤ ਇਦੋਂ ਵੀ ਭਿਆਨਕ ਤਰੀਕੇ ਨਾਲ ਹੋਣਗੇ ਜ਼ਰੂਰ। ਪਰ ਡਾਕਟਰ ਸਾਹਿਬ ਇਹ ਇੱਕ ਬਹੁਤ ਵੱਡਾ ਸਵਾਲ ਹੈ ਸਾਡੇ ਸਾਹਮਣੇ, ਇੱਕ ਚੈਲੰਜ ਹੈ ਇੱਕ ਕਿਸਮ ਦੇ ਨਾਲ। ਅਸੀਂ ਜਾਨਾਂ ਤਾਂ ਬਚਾ ਰਹੇ ਹਾਂ, ਜਿਹੜੇ ਲੋਕ ਚਲੇ ਗਏ ਉਹ ਵੀ ਚਲੇ ਗਏ, ਪਰ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਜਿਨ੍ਹਾਂ ਨੇ ਅੱਖੀਂ ਵੇਖਿਆ ਸਾਰਾ ਕੁਝ, ਉਸ ਵੇਲੇ ਹੋ ਸਕਦਾ ਜਿਹੜੇ ਛੋਟੇ ਬੱਚੇ ਸੀ ਉਹ ਮੰਜ਼ਰ ਹੈ ਜਿਹੜਾ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਣਾ, ਉਮਰ ਭਰ ਆਖਰੀ ਸਾਹਾਂ ਤੱਕ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਰਹਿਣਾ ਉਹ। ਪਰ ਅਸੀਂ ਉਹਨਾਂ ਜਿਉਂਦੇ ਜਾਗਦੇ ਇਨਸਾਨਾਂ ਵਾਸਤੇ ਕੀ ਕਰ ਰਹੇ ਹਾਂ ਨਾਲ ਦੀ ਨਾਲ? ਇਹ ਇੱਕ ਬਹੁਤ ਵੱਡਾ ਸਵਾਲ ਆ। ਬੇਸ਼ੱਕ ਸਾਡੀ ਕੈਂਪੇਨ ਦੇ ਨਾਲ ਇਹਦਾ ਆਪਾਂ ਕਹਿ ਲਈਏ ਵੀ ਵਾਹ ਵਾਸਤਾ ਹੈਗਾ, ਥੋੜਾ ਹੈਗਾ, ਬਹੁਤਾ ਹੈਗਾ, ਪਰ ਮੈਨੂੰ ਲੱਗਦਾ ਵੀ ਸਾਡਾ ਬੇਸ ਹੀ ਉਹ ਆ। ਅਸੀਂ ਇਸੇ ਕਰਕੇ ਕੰਪੇਨ ਚਲਾ ਰਹੇ ਹਾਂ ਔਰ ਇਸੇ ਕਰਕੇ ਸਾਡੇ ਜ਼ਿਹਨ ਦੇ ਵਿੱਚ ਇਹ ਗੱਲ ਆਈ ਹੈ ਵੀ ਉਹਨਾਂ ਨੇ ਜਾਨਾਂ ਲਈਆਂ, ਅਸੀਂ ਜਾਨਾਂ ਬਚਾਉਣੀਆਂ ਨੇ। ਸੋ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਸਾਨੂੰ ਸੋਲਿਡ ਕਦਮ ਨੇ ਜਿਹੜੇ ਉਹ ਚੁੱਕਣੇ ਚਾਹੀਦੇ ਆ? ਦੇਖੋ ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਨੇ ਸਾਡੀਆਂ, ਬਹੁਤ ਵੱਡੇ ਵੱਡੇ ਫੰਡਸ ਨੇ ਸਾਡੇ ਕੋਲੇ, ਬਹੁਤ ਵੱਡੇ ਵੱਡੇ ਸਰਮਾਏਦਾਰ ਅਸੀਂ ਹੈਗੇ ਆ, ਅਸੀਂ ਕੀ ਨਹੀਂ ਕਰ ਸਕਦੇ? ਸਭ ਕੁਝ ਕੀਤਾ ਜਾ ਸਕਦਾ ਹੈ ਜੀ। ਕਰ ਤਾਂ ਜਿਹੜਾ 1849 ਵਾਪਸ ਲਿਆਂਦਾ ਜਾ ਸਕਦਾ। ਇਹ ਜਿਹੜੀ ਕੰਪੇਨ ਆ, ਇਹ ਸਾਰੀਆਂ ਉਹ ਚੀਜ਼ਾਂ ਨੂੰ ਰਿਅਲਾਈਜ਼ ਕਰਾਉਣ ਲਈ ਆ। ਸਾਡੀ ਹਾਲਤ ਤਾਂ ਇਹ ਬਣ ਚੁੱਕੀ ਸੀ ਜਾਂ ਅੱਜ ਵੀ ਕੁਛ ਹੱਦ ਤੱਕ ਹੈਗੀ ਆ, ਅਸੀਂ ਉਹ ਕਾਲਤ ਤੋਂ ਲੇਲੜੀਆਂ ਕੱਢ ਕੇ ਇਨਸਾਫ ਮੰਗ ਰਹੇ ਹਾਂ। ਬੜਾ ਕੁਛ ਕੀਤਾ ਉਹ ਚੀਜ਼ਾਂ, ਇਹ ਸਾਰਾ ਕੁਛ ਜਿਹੜੀ ਕੰਪੇਨ ਦਾ ਮਕਸਦ ਇਹ ਹੈ ਰਿਅਲਾਈਜ਼ ਕਰਨਾ ਬਈ ਹੈਗਾ ਕੀ ਆ, ਕਰ ਕੀ ਰਹੇ ਆ। ਜੇ ਆਪਾਂ ਕਹਿ ਵੀ ਦਈਏ ਉਹ ਵੀਰਾਂ ਭੈਣਾਂ ਦੀ ਕੋਈ ਕਰ ਦੂਗਾ, ਉਹ ਕਹਿੰਦਾ ਮੈਂ ਤੁਹਾਡੇ ਹੋਰ ਕਰ ਦੂੰਗਾ, ਹੋਰ ਬਣਾ ਦੂੰਗਾ, ਤੇ ਮੈਂ ਵਿਕਟਮ ਤਿਆਰ ਕਰੀ ਜਾਊਂਗਾ, ਤੁਸੀਂ ਸਾਂਭੀ ਚੱਲੋ। ਇਹ ਤਾਂ ਪ੍ਰੋਸੈਸ ਜਿੰਨਾ ਚਿਰ ਹਾਲਟ ਨਹੀਂ ਹੁੰਦਾ, ਇਹ ਤਾਂ ਬਹੁਤ ਵੱਡੇ ਲੈਵਲ ਤੇ ਵਰਤਾਰਾ। ਅੱਜ ਆਪਾਂ ਜਿਹੜੀਆਂ ਜ਼ਮੀਨਾਂ ਦੀ ਗੱਲ ਸਾਹਮਣੇ ਆਪਣੇ ਪਈ ਆ, ਉਹਨਾਂ ਨੇ ਖੋਹ ਲੈਣੀਆਂ ਨੇ। ਤੁਸੀਂ ਇਹ ਤਾਂ ਜਿਉਂਦੇ ਹੋਣਗੇ, ਨਾਲੇ ਉਹਨਾਂ ਦੇ ਵੱਡੇ ਵੱਡੇ 4 ਧਨਾਡਾਂ ਦੇ ਥੱਲੇ ਸਾਰੇ ਪੰਜਾਬ ਦੇ ਜਿਹੜੇ ਅੱਜ ਆਪਾਂ ਜ਼ਿਮੀਂਦਾਰ ਸੋਚਦੇ ਹੁੰਦੇ ਸੀਗੇ, ਉਹਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਦੇ ਹੋਣਗੇ। ਆਪਣੀਆਂ ਬੇਟੀਆਂ ਉਹਨਾਂ ਦੇ ਮੂਹਰੇ ਦਰਵਾਜ਼ਿਆਂ ਦੇ ਮੂਹਰੇ ਖੜੀਆਂ ਹੋਇਆ ਕਰਨਗੇ। ਇਹ ਰਿਐਲਿਟੀ ਹੋਊਗੀ। ਇਹ ਤਾਂ ਨਸਲਕੁਸ਼ੀ ਤੋਂ ਵੀ ਭਿਆਨਕ ਆ। ਪਰ ਯਕੀਨ ਕਰਿਓ, ਜਿਹੜੀ ਸੋਚ ਜਿਹੜੀ ਆਪਾਂ ਗੱਲ ਕਰਦੇ ਆ, ਉਹਦਾ ਤਾਂ ਗੁਰੂ ਨਾਨਕ ਸਾਹਿਬ ਦੇ ਜਿੱਦਣ ਜਨੇਊ ਪਾਉਣ ਤੋਂ ਨਾ ਸੀ ਨਾ, ਇਹ ਉਦਣ ਤੈਅ ਸੀਗਾ। ਇਹ ਉਦਣ ਦੀ ਕੰਟੀਨਿਊਟੀ ਆ। ਉਹਦੇ ਵੱਲ ਆਪਾਂ ਸਾਂਭ ਕਿਹਨੂੰ ਸਕਦੇ ਆ? ਸਾਂਭ ਤਾਂ ਜੇ ਆਪਣੀ ਸਿੱਖ ਕੌਮ ਜੇ ਰਿਲਾਈ ਜਿਵੇਂ ਅੱਜ ਕਰ ਰਹੀ ਹੈ ਨਾ ਕੰਪੇਨ ਦੇ ਥਰੂ, ਤੇ ਚਲੋ ਬਲੱਡ ਦਿੱਤਾ, ਜਾਨਾਂ ਬਚਾਈਆਂ, ਆਪਣੀ ਕੌਮ ਦੇ ਤੌਰ ਤੇ ਰਿਲਾਈਜੇਸ਼ਨ ਦੇ ਵਿੱਚ ਆ। ਪਰ ਜੇ ਆਪਾਂ ਜਥੇਬੰਦੀਆਂ ਜਿਹੜੀਆਂ ਦੂਜੀਆਂ ਸਾਰੀਆਂ ਉੱਠ ਕੇ ਜਿੱਦਣ ਉਹ ਨਿਰੋਲ ਇਹ ਕਰਨਗੇ ਵੀ ਮੈਂ ਕਿਸੇ ਕਿਸਮ ਦਾ ਸਿੱਖ ਨਹੀਂ, ਮੈਂ ਇੱਕ ਸਿਰਫ ਸਿੱਖ ਹਾਂ, ਇਹਦੇ ਵਿੱਚੋਂ ਨਿਕਲੂ ਸਾਰਾ ਕੁਛ। ਜੀ ਗੁਰਦੁਆਰਾ ਮੇਰਾ ਸਪੈਸ਼ਲ ਆ, ਮੇਰਾ ਤਾਂ ਗੁਰੂ ਘਰ ਆ ਭਾਈ। ਅਸੀਂ ਪਰ ਬਹੁਤ ਦੂਰ ਆ ਉਸ ਪੁਆਇੰਟ ਤੋਂ ਜਿੱਥੇ ਕਿ ਮੁੜਨਾ ਪਊਗਾ ਟਕਰਾਉਣ ਦੀ ਖਾਤਰ। ਅਦਰਵਾਈਜ਼ ਤਾਂ ਤੁਸੀਂ ਇੱਕ ਵਿਧਵਾ ਕਲੋਨੀ ਦੇ ਵਿੱਚ, ਉਹ ਜਿਹੜੀ ਵਿਡੋ ਕਲੋਨੀ, ਇੱਕ ਡਾਕੂਮੈਂਟਰੀ ਬਣੀ ਸੀਗੀ ਕੀ ਭੈਣ, ਉਹ ਕਹਿੰਦੀ ਸਾਡੀ ਛੱਡੋ, ਤੁਸੀਂ ਆਪ ਦਾ ਬਚਾ ਲਓ। ਇਹ ਕਿਹਾ ਭੈਣ ਨੇ, ਉਹ ਵਿਡੋ ਕਲੋਨੀ ਦੇ ਤੇ ਮਾਤਾ ਨੇ, ਉਹ ਕਹਿੰਦੀ ਸਾਡਾ 400 ਬੇਟੀਆਂ ਘਰਾਂ 'ਚ ਨਹੀਂ ਆਈਆਂ, ਤੁਸੀਂ ਸਾਡੀ ਛੱਡੋ, ਆਪ ਦਾ ਬਚਾ ਲਓ। ਇਹ ਰਿਐਲਿਟੀ ਆ। ਇਹ ਕੰਪੇਨ ਦੇ ਵਿੱਚੋਂ ਪਤਾ ਲੱਗਾ। ਮੈਂ ਉਸੇ ਦਿੱਲੀ ਦੇ ਵਿੱਚੋਂ ਆਇਆ ਸੀ ਜਿੱਦਣ ਮੈਂ 1987 'ਚ ਆਉਣਾ, ਮੇਰੇ ਕੋਲ 2 ਟੈਚੀ ਫੜੇ ਸੀਗੇ ਭੈਣ ਜੀ। ਮੈਨੂੰ 5% ਨਹੀਂ ਸੀ ਪਤਾ ਜਿਹੜਾ ਮੈਨੂੰ ਅੱਜ ਪਤਾ ਹੀ ਨਹੀਂ ਸੀਗਾ। ਪਤਾ ਦੰਗੇ ਆ ਗਏ, ਹੋਰ ਬਹੁਤ ਨੇ, ਜਿਵੇਂ ਇਕਬਾਲ ਵੀਰ ਨੇ ਦੱਸਿਆ, ਇਹ ਕਹਿੰਦਾ ਮੈਨੂੰ ਤਾਂ ਯਾਰ ਕੁਛ ਵੀ ਨਹੀਂ ਸੀ ਪਤਾ ਨਵੰਬਰ ਬਾਰੇ, ਕੀ ਉਹਦੇ ਬਾਰੇ ਆ, ਹੋਰ ਕੁਛ ਵੀ ਨਹੀਂ ਪਤਾ। ਦੇਖੋ ਹਾਲੇ ਵੀ ਇਹ ਜਿਹੜੇ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਦੱਸਣ ਵਾਸਤੇ ਕਰ ਰਹੇ ਹਾਂ। ਹਾਲੇ ਵੀ ਬਹੁਤ ਦੁਨੀਆ ਇਦਾਂ ਦੀ ਹੈ ਜਿਹਨਾਂ ਨੂੰ ਨਹੀਂ ਪਤਾ ਅਸਲ ਦੇ ਵਿੱਚ ਕੀ ਹੋਇਆ ਸੀ, ਕਿਉਂ ਹੋਇਆ ਸੀ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਤੇ ਹੁਣ ਆਪਾਂ ਇੱਕ ਵਾਰੀ ਦੱਸ ਦਈਏ ਕਿ ਇਸ ਵਾਰੀ ਦੀ ਜਿਹੜੀ ਇਹ ਕੈਂਪੇਨ ਹੈ, ਇਹਦੇ 'ਚ ਕਿਵੇਂ, ਕਿਉਂਕਿ ਪੈਂਡੈਮਿਕ ਦਾ ਦੌਰ ਚੱਲ ਰਿਹਾ ਤੇ ਲੋਕ ਕਿਵੇਂ ਜਾ ਸਕਦੇ ਆ ਉੱਥੇ ਬਲੱਡ ਜਿਨ੍ਹਾਂ ਨੇ ਮਤਲਬ ਦਾਨ ਕਰਨਾ, ਤੇ ਕੀ ਸਿਰਫ ਅਪੁਆਇੰਟਮੈਂਟ ਬਣਾ ਕੇ ਹੀ ਜਾਇਆ ਜਾ ਸਕਦਾ ਹੈ? ਟੈਲੀਫੋਨ ਨੰਬਰ ਆਪਾਂ ਦੱਸੀਏ, ਹੋਰ ਜਾਣਕਾਰੀ ਹੈ ਜਿਹੜੀ ਬੇਸਿਕ ਜਾਣਕਾਰੀ। ਤੰਦਰੁਸਤੀ ਹੈ ਜਿਹੜੀ, ਬੇਸ਼ੱਕ ਉਹ ਜਦੋਂ ਤੁਹਾਡੇ ਹੁੰਦੀ ਆ ਮਨ ਦੇ ਵਿੱਚ, ਤਨ ਦੇ ਵਿੱਚ, ਬੰਦਾ ਤਾਂ ਹੀ ਇੱਧਰ ਨੂੰ ਤੁਰਦਾ। ਤੇ ਕਿਹੜੇ ਲੋਕ ਨੇ ਜਿਹੜੇ ਬਲੱਡ ਡੋਨੇਟ ਕਰ ਸਕਦੇ ਆ, ਇਹਦੇ ਬਾਰੇ ਦੱਸੀਏ ਆਪਾਂ ਵਿਸਥਾਰ 'ਚ। ਹਾਂਜੀ, ਜਿਵੇਂ ਤੁਸੀਂ ਪਹਿਲਾਂ ਹੀ ਇਹ ਆਲਰੇਡੀ ਕਹਿਤਾ ਵੀ ਇਸ ਵਾਰੀ
ਬਾਈ ਅਪਾਇੰਟਮੈਂਟ ਡੋਨੇਸ਼ਨਸ ਹੁੰਦੀਆਂ ਹੂੰ ਆਲ ਓਵਰ ਦ ਕੈਨੇਡਾ। ਬਿਕਾਜ਼ ਕੋਵਿਡ ਨੇ ਸਾਰੇ ਸੰਸਾਰ ਭਰ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਤੌਰ ਤਰੀਕੇ ਬਦਲਤੇ ਤੇ ਕੋਵਿਡ ਹੁਣ ਵੀ ਬੜੀ ਜੰਗਲ ਦੀ ਹਵਾ ਵਾਂਗੂ ਫੈਲ ਰਿਹਾ ਵਾ। ਇਸ ਕਰਕੇ ਕੈਨੇਡੀਅਨ ਬਲੱਡ ਸਰਵਿਸਿਜ਼ ਦੇ ਸਾਰੇ ਕਲੀਨਿਕ ਦੇ ਉੱਤੇ ਈਵਨ ਆਪਣੀ ਸਿੱਖ ਕੌਮ ਵੱਲੋਂ ਇਸ ਚੱਲ ਰਹੀ ਬਲੱਡ ਡੋਨੇਸ਼ਨ ਕੰਪੇਨ ਦੇ ਵਿੱਚ ਵੀ ਹਰ ਜਗ੍ਹਾ ਬਾਏ ਅਪਾਇੰਟਮੈਂਟ ਓਨਲੀ ਆ। ਤੇ ਸਾਰੇ ਵੀਰਾਂ ਭੈਣਾਂ ਨੂੰ ਵਲੰਟੀਅਰ ਵੀਰ ਭੈਣ ਜਦੋਂ ਫੋਨ ਕਰਦੇ ਆ ਉਦੋਂ ਵੀ ਇਹੀ ਉਹਨਾਂ ਨੂੰ ਰਿਕੁਐਸਟ ਕਰੀ ਜਾਂਦੀ ਆ ਵੀ ਤੁਸੀਂ ਆ ਇੱਕ ਸਪੈਸੀਫਿਕ ਨੰਬਰ ਹੈ BC ਦਾ 7783094784 ਵੀ ਤੁਸੀਂ ਇਸ ਨੰਬਰ ਤੇ 778 309 4784 ਤੇ ਵੀਰੋ ਭੈਣੋ ਫੋਨ ਕਰੋ। ਤੁਸੀਂ ਅਪਾਇੰਟਮੈਂਟ ਬੁੱਕ ਕਰੋ। ਜੇ ਕੋਈ ਤੁਹਾਡਾ ਕੁਐਸਚਨ ਆ ਤਾਂ ਕੁਐਸਚਨ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਉਸ ਤੋਂ। ਤੇ ਬਹੁਤ ਵੀਰ ਭੈਣ ਫੋਨ ਕਰ ਰਹੇ ਆ। ਵਲੰਟੀਅਰ ਲਗਾਤਾਰ ਘਰਾਂ ਦੇ ਵਿੱਚ ਇਕੱਲੇ ਇਕੱਲੇ ਜਿੰਨਾ ਉਹਨਾਂ ਕੋਲੇ ਟਾਈਮ ਉਹਦੇ ਹਿਸਾਬ ਨਾਲ ਬੈਠੇ ਆ ਭੈਣ ਜੀ। ਤੇ ਬੜੀ ਤਤਪਰਤਾ ਪਿਆਰ ਦੇ ਨਾਲ ਹਲੀਮੀ ਦੇ ਨਾਲ ਉਹ ਇਹ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਵੀ ਸਾਂਝਾ ਕਰਦੇ ਆ ਉਹਨਾਂ ਦੇ ਨਾਲ ਤੇ ਅਪਾਇੰਟਮੈਂਟਸ ਵੀ ਉਹਨਾਂ ਦੀਆਂ ਬੁੱਕ ਕਰਦੇ ਆ। ਪੰਜਾਬੀ ਨੇ ਜਿਹੜੇ ਉਹ ਬੜੇ ਵੱਡੇ ਵੱਡੇ ਕੰਮ ਕਰਦੇ ਆ। ਡਾਕਟਰ ਸਾਹਿਬ ਮੈਨੂੰ ਦੱਸੋ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਬਹੁਤ ਸਾਰੇ ਚੈਲੰਜਸ ਨੇ ਜਿਹੜੇ ਉਹ ਵੀ ਫੇਸ ਕਰਨੇ ਪੈਂਦੇ ਆ ਜਦ ਈਵਨ ਉਹ ਕੋਈ ਚੰਗਾ ਕੰਮ ਵੀ ਕਰ ਰਹੇ ਹੋਣ। ਸੋ ਇਸ ਸਮੇਂ ਦੇ ਦੌਰਾਨ 20-21 ਸਾਲਾਂ ਦੇ ਵਿੱਚ ਤੁਸੀਂ ਜਾਂ ਫਿਰ ਜਿੰਨੇ ਵੀ ਵਲੰਟੀਅਰਸ ਨੇ ਉਹਨਾਂ ਨੂੰ ਵੀ ਕੋਈ ਇਸ ਤਰ੍ਹਾਂ ਦੇ ਚੈਲੰਜਸ ਫੇਸ ਕਰਨੇ ਪਏ ਨੇ? ਭੈਣ ਜੀ, ਜਦੋਂ ਗੁਰੂ ਨਾਨਕ ਸਾਹਿਬ ਦੇ ਰਾਹ ਤੇ ਤੁਰਨਾ ਤੇ ਜਿਹੜੀ ਸੋਚ ਨਾਲ ਤੁਸੀਂ ਲੜਨਾ ਨਾ, ਖਾਸ ਕਰਕੇ ਜਦੋਂ ਮੁਗਲਾਂ ਨਾਲ ਲੜਨਾ ਸੀਗਾ, ਉਹ ਕਰੂਅਲ ਬੜੇ ਸੀਗੇ। ਉਹਨਾਂ ਦੇ ਨਾਲ ਤੁਸੀਂ ਬਹਾਦਰੀ ਦਿਖਾਉਂਦੇ ਆ ਤੇ ਤੁਸੀਂ ਲੜ ਸਕਦੇ ਆ। ਜਿਹੜੀ ਇਹ ਸੋਚ ਹੈ ਬਹੁਤ ਭਿਆਨਕ ਆ। ਇਹਦੇ ਤਾਂ ਚੱਪੇ ਚੱਪੇ ਤੇ ਚੈਲੰਜ ਤੋਂ ਬਿਨਾਂ ਹੈ ਹੀ ਕੁਛ ਨਹੀਂ। ਪਰ ਯਕੀਨ ਇਹ ਵੀ ਮੰਨਿਓ ਵੀ ਜੇ ਇਹ ਸਰੀਰਾਂ ਨੇ ਲੜਨਾ ਹੁੰਦਾ ਨਾ ਤੇ ਮੇਰਾ ਖਿਆਲ 2-3 ਸਾਲਾਂ 'ਚ ਨਿਪਟ ਜਾਣਾ ਸੀਗਾ। ਸਿਰਫ ਗੁਰੂ ਨਾਨਕ ਪਾਤਸ਼ਾਹ ਦੀ ਓਟ ਆ ਨਾ ਜਿਹੜੀ, ਉਹ ਤੁਹਾਡੇ 'ਚ ਇਹੋ ਜਿਹੀ ਰੂਹ ਫੂਕਦਾ, ਤੁਹਾਡੇ 'ਚ ਕੀ ਲੈ ਕੇ ਆਉਂਦਾ ਉਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ ਜਿੰਨਾ ਚਿਰ ਰਿਲਾਈਜੇਸ਼ਨ ਨਹੀਂ। ਉਹਨੇ ਬੜਾ ਲਿਆਂਦਾ। ਉਹਨੇ ਸ਼ੁਰੂ 'ਚ ਤਾਂ ਇਹੀ ਹੈ ਜਿਵੇਂ ਜਿਹੜਾ ਠੱਪਾ ਲਾਇਆ ਹੋਇਆ ਸੀ ਨਾ ਆਪਣੇ ਸਾਰਿਆਂ ਤੇ, ਪਿਆਰ ਕਰਦੀ ਆ। ਕੁਝ ਸੈਕਸ਼ਨ ਨੂੰ ਲੱਗਦਾ ਉਹ ਕਹਿੰਦੇ ਨਹੀਂ ਉਹ ਫਲਾਨਿਆਂ ਨੂੰ ਕਹਿੰਦੇ ਆ। ਉਹ ਕਹਿੰਦਾ ਨਹੀਂ ਸਿੱਖ ਕਹਿ ਕੇ ਕਹਿੰਦੇ ਆ। ਤੇਰੇ ਬੱਚੇ ਜਿਹੜੇ ਅੱਜ ਪੈਦਾ ਵੀ ਨਹੀਂ ਹੋਏ ਉਹਦੇ ਤੇ ਲਿਖਤਾ ਇਹਨਾਂ ਨੇ ਵੀ ਅੱਤਵਾਦੀ ਆ। ਇਸ ਕਰਕੇ ਜਿਹੜੇ ਹੁਣ ਤੁਸੀਂ ਮੀਡੀਆ 'ਚ ਆ, ਤੁਹਾਨੂੰ ਇਹਦੇ ਬਾਰੇ ਆਪਾਂ ਨੂੰ ਜਿਵੇਂ ਮਲੋਈ ਕ੍ਰਿਸ਼ਨ ਧਾਰਾ ਉਹਨੇ ਬੁੱਕ ਲਿਖੀ ਹੋਈ ਆ ਵੀ 1985 ਦੇ ਵਿੱਚ ਜਿਹੜਾ ਉਹਨੇ ਵਰਤਾਂਤ ਇੱਥੇ ਕੀਤਾ ਸੀਗਾ ਉਹਦੀ ਬਹੁਤ ਜ਼ਿਆਦਾ ਪਹਿਲਾਂ ਤਿਆਰੀ ਸੀ। 84 ਤੋਂ ਪਹਿਲਾਂ ਸਿੱਖਾਂ ਦੇ ਇੱਥੇ ਆਲੇ ਦੁਆਲੇ ਮੀਡੀਆ ਬਾਏ ਆਊਟ ਕਰਕੇ ਜਿਹੜੇ ਈਵਨ ਦੂਜਾ ਮੀਡੀਆ ਇੰਗਲਿਸ਼ ਮੀਡੀਆ ਤੇ ਆਪਣੇ ਤਾਂ ਫਿਰ ਬਿਲਕੁਲ ਬਹੁਤ ਪ੍ਰਭਾਵ ਆ ਅੱਜ ਵੀ ਹੈ। ਉਹ ਸਾਨੂੰ ਕੁਐਸਚਨ ਸੀ ਤੁਸੀਂ ਉਹਦਾ ਕਿਉਂ ਨਹੀਂ ਕਰਦੇ, ਤੁਸੀਂ ਇਹ ਖਾਲਿਸਤਾਨਾ ਸਿੱਧਾ ਜਾਂ ਅਸਿੱਧਾ, ਇਹੋ ਜਿਹੇ ਬੜੇ ਕੋਝੇ ਸਵਾਲ ਸੀਗੇ। ਉਹਦੇ ਵਿੱਚੋਂ ਨਿਕਲੇ ਭੈਣ ਜੀ, ਕਿਉਂਕਿ ਇਹ ਪੈਂਦਾ ਸੀ ਉਹਨੇ ਬਣਾਇਆ ਹੋਇਆ ਸੀਗਾ ਜਿਹੜਾ ਪ੍ਰੋਟੈਸਟ ਕਰਦਾ ਇਹਨੂੰ ਤੁਸੀਂ ਗਰਦਾਨ ਦਿਓ ਵੀ ਇਹ ਜੀ ਅੱਤਵਾਦੀ ਵੱਖਵਾਦੀ। ਬਸ ਤੁਸੀਂ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਸਿੱਖ ਵੀ ਸੀਗੇ ਉਹ ਇਸ ਤਰੀਕੇ ਨਾਲ ਸੋਚਦੇ ਸੀ, ਹਾਂਜੀ ਲੱਗਦੇ ਤਾਂ ਅੱਤਵਾਦੀ ਨੇ, ਅੱਤਵਾਦੀ ਲੱਗਦੇ ਆ। ਬਸ ਇਹ ਸਾਰੇ ਪ੍ਰੋਸੈਸ ਦੇ ਵਿੱਚ ਅੱਜ ਵੀ ਉਹ ਬੜੇ ਹੋਰ ਵੀ ਚਲਾਕ ਆ ਬਹੁਤ ਜ਼ਿਆਦਾ। ਤੇ ਜਿਹੜੇ ਆਮ ਜਿਹੜੇ ਲੋਕ ਹੁੰਦੇ ਨੇ ਉਹ ਭਰਮਾਏ ਜਾਂਦੇ ਆ, ਉਹ ਸਮਝਦੇ ਨਹੀਂ ਜੀ ਹੋਣਾ ਹੀ ਆ। ਜੇ ਕੋਈ ਇਲਜ਼ਾਮ ਆ ਨਾ, ਮੈਂ ਕਿਹਾ ਚਲੋ ਸਿੱਖ ਦੇ ਤੌਰ ਤੇ ਕੋਈ ਸਟਰਗਲ ਕਰਦੇ ਆ ਆਪਾਂ, ਤੇ ਜੇ ਕੇਜਰੀਵਾਲ ਵਰਗੇ ਉਹ ਤਾਂ ਉਹਨਾਂ ਦੇ ਜੀ ਆ ਇਮਾਨਦਾਰ ਨੇ, ਇਹ ਜੀ ਮਾਓਇਸਟ ਨੇ, ਇਹ ਜੀ ਆਰਮਿਸਟ ਨੇ। 120 ਇੰਟੈਲੈਕਚੁਅਲ ਡੱਕੇ ਹੋਏ ਆ ਜਿਹੜੇ ਜੇਲ੍ਹਾਂ ਦੇ ਵਿੱਚ ਆ, ਵਿਚਾਰੇ ਪ੍ਰੋਫੈਸਰ ਨੇ, ਲਾਇਰ ਨੇ, ਉਹਨਾਂ ਕੋਲੇ 5000 ਸਾਲ ਦਾ ਤਜਰਬਾ ਭੈਣ ਜੀ। ਤੇ ਅਸੀਂ ਮੁੱਠੀ ਭਰ ਵਲੰਟੀਅਰ ਵੀਰ ਭੈਣ ਜਿਹੜੇ ਕੁਝ ਸੋਚ ਕੇ, ਇੱਕ ਤਾਂ ਕਰਨ ਵਾਲੇ ਹੁੰਦੇ ਆ ਨਾ, ਇੱਕ ਸਾਰੇ ਕਰਨਾ ਵੀ ਹੁੰਦਾ ਨਾਲ। ਆ ਚੀਜ਼ਾਂ ਜਿੱਥੇ ਰਾਹ ਹੀ ਕੋਈ ਨਹੀਂ ਦਿੰਦਾ, ਤੁਸੀਂ ਜੰਗਲ ਬਿਆਬਾਨ ਉਹਦੇ ਵਿੱਚ ਦੀ ਰਾਹ ਕੱਢਣਾ ਇਹ ਬਹੁਤ ਟਫ ਆ ਜੀ। ਕਿੰਨੀਆਂ ਹੁਣ ਤੱਕ ਆਪਾਂ ਕਾਲਸ ਲੈ ਲਈਏ ਜੀ ਆਪਾਂ? ਜੀ ਹੈਲੋ ਜੀ, ਸਾਂਝਾ ਟੀਵੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਈ ਵਾਰੀ ਹੈ ਨਾ ਜਿੱਦਾਂ ਆਪਣੇ ਮੈਂ ਉਹਦਾ ਕਾਲ ਨਹੀਂ ਕਰਦਾ ਹੁੰਦਾ,
ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਮੈਂ ਤੁਹਾਡਾ ਲਿਸਨ ਕਰਦਾ ਹੁੰਦਾ ਸੀ 93.1 ਤੇ ਜਿਹੜਾ ਸਾਡਾ ਸ਼ੋਅ ਹੁੰਦਾ ਸੀ ਹਾਂਜੀ ਹਾਂਜੀ ਜੋ ਆਪਣੇ ਤੁਹਾਡੇ ਨਾਈਸ ਸ਼ੋਅ ਹੁੰਦੇ ਸੀ ਪਰ ਤੁਹਾਡਾ ਕੋਈ ਅੱਜ ਦੇ ਪ੍ਰੋਗਰਾਮ ਦੇ ਨਾਲ ਹਾਂਜੀ ਉਹ ਸੰਬੰਧਿਤ ਹੈ ਜੀ ਸਵਾਲ? ਹਾਂਜੀ ਉਹ ਗੱਲ ਲੱਗ ਜੀ। ਜਿੱਦਾਂ ਇੱਧਰ ਬੰਦੇ ਬੈਠੇ ਆ ਬਹੁਤ ਸਿਆਣੇ ਬੰਦੇ ਆ ਨਾ ਸਮ ਟਾਈਮ ਅਸੀਂ ਇੱਕੋ ਹੀ ਗੱਲ ਫੜ ਲੈਂਦੇ ਆ ਜੀ। ਪੰਜਾਬ ਹੈਗਾ ਪੰਜਾਬੀਆਂ ਦਾ ਨਾ ਕਿ ਸਿੱਖਾਂ ਦਾ ਹਨਾ ਰਾਈਟ ਤੇ ਹਾਂਜੀ ਹੈਗਾ ਹਾਂ ਹੈਗਾ I wanna turn it off my TV. ਹਾਂਜੀ ਵੀਰ ਜੀ ਗੱਲ ਕਰੋ। ਗੱਲ ਇਹ ਆ ਵੀ ਜਦੋਂ ਵੀ ਹਨਾ ਆਪਾਂ ਆਪਣੇ ਨਾਲ ਜੋੜ ਲੈਂਦੇ ਸਿੱਖਾਂ ਨੇ ਇੱਥੇ ਵੀ ਆਪਣੇ ਨਾਲ ਹੀ ਜੋੜ ਲੈਂਦੇ ਰਾਈਟ ਹਾਂਜੀ ਹਾਂਜੀ I knew cash you know that ਵੀਰ ਜੀ ਤੁਹਾਡਾ ਕੋਈ ਸਵਾਲ ਹੈ ਪ੍ਰੋਗਰਾਮ ਦੇ ਵਿੱਚ ਕਿ ਨਹੀਂ? ਦੱਸਦਾ ਵੀ ਕੈਸ਼ ਨਿੱਜਰ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ। ਓਕੇ ਯਾ ਮੇਰਾ ਕੁਐਸਚਨ ਇਹ ਹੀ ਆ ਵੀ ਜਦੋਂ ਅਸੀਂ ਆਪਣੇ ਆਪ ਤੇ ਲੈ ਲੈਂਦੇ ਹਾਂ ਜਿੱਦਾਂ ਇੱਧਰ ਬਜ਼ੁਰਗ ਬੈਠੇ ਆ ਨਾ ਹੋ ਸਕਦੇ ਉਹ ਜੰਗ ਵੀ ਹੋਣ ਹਨਾ ਪਰ ਤੁਸੀਂ ਹਰੇਕ ਟਾਈਮ ਆਪਣੇ ਆਪ ਹੀ ਆਪਣੇ ਦੇ ਆਪਾਂ ਲੈ ਲੈਂਦੇ ਆ ਕੁਐਸਚਨ ਹਨਾ ਉਹ ਆਪਣੀ ਕਮਿਊਨਿਟੀ ਨੂੰ ਫਾਇਦਾ ਨਹੀਂ ਕਰਦਾ। ਠੀਕ ਹੈ ਵੀਰ ਜੀ ਮੈਨੂੰ ਲੱਗਦਾ ਨਹੀਂ ਵੀ ਤੁਹਾਡਾ ਕੋਈ ਸਵਾਲ ਹੈਗਾ ਅੱਜ ਦੇ ਪ੍ਰੋਗਰਾਮ ਦੇ ਨਾਲ ਸੰਬੰਧਿਤ। ਤੁਸੀਂ ਮੈਨੂੰ ਰਿਪੀਟ ਕਰ ਸਕਦੇ? ਨਹੀਂ ਮੈਨੂੰ ਲੱਗਦਾ ਨਹੀਂ ਵੀ ਤੁਹਾਡਾ ਕੋਈ ਸਵਾਲ ਹੈਗਾ। ਜੇ ਤੁਹਾਡਾ ਕੋਈ ਸਵਾਲ ਹੈ ਪਲੀਜ਼ ਕਲੀਅਰਲੀ ਕਿਉਂਕਿ ਆਪਣਾ ਸਮਾਂ ਬਹੁਤ ਛੇਤੀ ਜਾ ਰਿਹਾ। ਠੀਕ ਹੈ ਜੀ ਹਾਂਜੀ ਚਲੋ ਓਕੇ ਓਕੇ ਜੀ। ਹੈਲੋ ਜੀ ਸਾਂਝਾ ਟੀਵੀ। ਹੈਲੋ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਣੇ ਬਲਜਿੰਦਰ ਸਿੰਘ ਨੂੰ ਤੇ ਇਕਬਾਲ ਸਿੰਘ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਕਹਿਣਾ ਚਾਹੋਗੇ ਵੀਰ? ਜਦੋਂ ਮੈਂ ਇਹਨਾਂ ਦੇ ਦੇਖੋ ਬਲਜਿੰਦਰ ਸਿੰਘ ਤੇ ਇਕਬਾਲ ਸਿੰਘ ਇਹਨਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਨੇੜੇ ਜਾਣਦਾ ਇਹਨਾਂ ਨੂੰ ਭਾਜੀ ਉਹਨਾਂ ਨੂੰ। ਇਹਨਾਂ ਨੇ ਜਦੋਂ ਤੋਂ ਸ਼ੁਰੂ ਕੀਤੀ ਕੰਪੇਨ ਮੈਂ ਇਹਨਾਂ ਦੀ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ ਉਦੋਂ ਤੋਂ। ਅੱਛਾ ਜੀ। ਤੇ ਇਕਬਾਲ ਸਿੰਘ ਉਹਨਾਂ ਨੂੰ ਵੀ ਪਹਿਲਾਂ ਨੇ ਦਾੜੀ ਨਹੀਂ ਸੀ ਹੁਣ ਇਹਨਾਂ ਨੇ ਕੇਸ ਦਾੜੀ ਆਪਣੀ ਰੱਖੀ ਆ ਤਾਂ ਹੁਣ ਦੇਖੋ ਸਿੰਘ ਸਜੀ ਬਹੁਤ ਸੋਹਣੇ ਲੱਗਦੇ ਸਾਨੂੰ। ਪਰ ਅਸੀਂ ਜੋ ਇਹਨਾਂ ਦੀ ਜਿਹੜੀ ਵੀ ਸੋਚ ਆ ਬਲਜਿੰਦਰ ਸਿੰਘ ਹੋਣੀ ਜਿਹੜੇ ਮੇਰੇ ਵੀਰ ਹੋਣੇ ਸਾਰਿਆਂ ਦੀ ਇਹ ਸੋਚ ਨਾਲ ਅਸੀਂ ਵੱਧ ਤੋਂ ਵੱਧ ਖੂਨ ਦੇ ਕੇ ਚਾਨਣਾ ਬਚਾਉਣ ਦੀ ਕੋਸ਼ਿਸ਼ ਕਰਦੇ ਆ ਨਾ। ਇਹਦੇ ਵਿੱਚੋਂ ਸਾਨੂੰ ਕੋਈ ਰਿਜ਼ਲਟ ਦੀ ਉਮੀਦ ਨਹੀਂ ਆਈ ਵੀ ਸਾਡਾ ਰਿਜ਼ਲਟ ਗੁੱਡ ਨਿਕਲੇ ਵੀ ਜਿਹਦੇ ਨਾਲ ਸਾਡੀਆਂ ਜਾਨਾਂ ਕਿਉਂ ਲਈਆਂ ਜਾਂਦੀਆਂ ਅਸੀਂ ਤਾਂ ਵਿਚਾਰ ਹੈ ਲੋਕਾਂ ਦੀਆਂ ਨਾ। ਹਾਂ ਇਹ ਆਪਾਂ ਪੁੱਛਦੇ ਆ ਇਹਨਾਂ ਨੂੰ ਵੀਰ ਜੀ। ਮੇਰਾ ਵੀ ਉਹੀ ਇਨਡਾਇਰੈਕਟਲੀ ਸਵਾਲ ਮੇਰਾ ਉਹੀ ਸੀਗਾ। ਹਾਂਜੀ ਵੀਰ ਜੀ। ਹਾਂਜੀ ਭੈਣ ਜੀ ਦੇਖੋ ਜਿਹੜੇ ਪਹਿਲੇ ਸਵਾਲ ਵੀ ਸੀ ਨਾ ਜਿਹੜਾ ਤੁਹਾਨੂੰ ਸਵਾਲ ਆਪਾਂ ਨੂੰ ਲੱਗਦਾ ਨਹੀਂ ਸੀ ਵੀ ਸਵਾਲ ਨਹੀਂ ਐਕਚੁਅਲੀ ਸਵਾਲ ਹੀ ਉਹ ਨੇ। ਓਕੇ ਉਹ ਸਵਾਲ ਨਾ ਬੜੇ ਪਿਆਰ ਦੇ ਨਾਲ ਬੜੇ ਲੰਮੇ ਸਮੇਂ ਲਈ ਸਿੱਖਾਂ ਨੂੰ ਉਹਨਾਂ ਦੇ ਜਵਾਬ ਦੇਣੇ ਪੈਣਗੇ ਕਿਉਂਕਿ ਉਹਨਾਂ ਦੇ ਸਵਾਲਾਂ ਨੇ ਹੀ ਸਾਰਿਆਂ ਨੂੰ ਕਮਲੇ ਕੀਤਾ ਪਿਆ। ਇਹ ਪਰ ਉਹਦਾ ਵਰਤਾਰਾ ਉਹਦਾ ਹੀ ਹੈ। ਇਹਦੇ ਪਿੱਛੇ ਨਾ ਉਹ ਸਾਰੇ ਕੰਮ ਉਸ ਦਿਮਾਗ ਦਾ ਜਿਹੜਾ ਉਹ ਇਸ ਤਰੀਕੇ ਨਾਲ ਲੋਕਾਂ ਨੂੰ ਸੋਚਣ ਲਾਉਂਦਾ ਬਈ ਫਾਇਦਾ ਕੋਈ ਨਹੀਂ। ਹਾਂ ਜਿਹੜੇ ਦੂਜੇ ਭਾਈ ਸਾਹਿਬ ਨੇ ਕਿਹਾ ਵੀ ਇੱਕਦਮ ਉਹਦਾ ਇਲਾਜ ਹੈ ਨਹੀਂ। ਦੇਖੋ ਜਿਹੜੀ ਸੋਚ ਦੇ ਵਿੱਚ ਉਹਨਾਂ ਦੀ ਬੜੀ ਇਮਾਨਦਾਰੀ ਦੇ ਵਿੱਚ ਉਹ ਕਹਿ ਰਹੇ ਆ ਮਤਲਬ ਜੇ ਇਮੈਜਿਨ ਕਰੋ ਵੀ 22 ਸਾਲ ਬਾਅਦ ਜੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਪੁੱਛਿਆ ਹੁੰਦਾ ਵੀ ਲੱਗਿਆ ਤਾਂ ਹੋਇਆ ਆੜੀ ਨੂੰ ਲੈ ਕੇ ਗੇੜਾ ਵੀ ਏਡਾ ਦੇਤਾ 40,000 ਕਿਲੋਮੀਟਰ ਘੁੰਮਣ ਦੀ ਤਿਆਰੀ ਆ ਹੋਇਆ ਤਾਂ ਕੁਛ ਹੈ ਨਹੀਂ ਜੀ। ਜਦੋਂ ਲੜਾਈਆਂ ਲੜੀਆਂ ਜਾਂਦੀਆਂ ਨਾ ਉਹ ਚਾਰ ਸਰੀਰਾਂ ਦੇ ਨਾਲ ਨਹੀਂ ਲੜੀਆਂ ਜਾਂਦੀਆਂ। ਸੋਚ ਨੂੰ ਰਿਲਾਈਜ਼ ਕਰਨਾ ਸ਼ੁਰੂ ਕਰਨਾ ਹੁੰਦਾ। ਜਿਵੇਂ ਆਪਾਂ ਪਾਤਸ਼ਾਹ ਦੀ ਲਾ ਲਈਏ ਬੱਚੇ ਸ਼ਹੀਦ ਹੋ ਗਏ 2 ਨੀਹਾਂ ਦੇ ਵਿੱਚ ਚਿਣਤੇ 40 ਮੁਕਤੇ ਸ਼ਹੀਦ ਹੋ ਗਏ। ਉਦੋਂ ਬਾਅਦ ਗੁਰੂ ਗੋਬਿੰਦ ਪਾਤਸ਼ਾਹ ਜਾ ਰਹੇ ਆ ਨਾ ਫਿਰ ਆਲੇ ਦੁਆਲੇ ਕੀ ਕਹਿਣਾ ਉਹ ਕਹਿੰਦੇ ਫਿਰ ਬਣਿਆ ਤਾਂ ਹੈ ਨਹੀਂ।
ਬਣਿਆ ਤਾਂ ਫਿਰ ਦੇਖਿਆ ਨਾ, ਜਦੋਂ ਮਾਧੋ ਦਾਸ ਬਰਾਗੀ ਬੰਦਾ ਬਹਾਦਰ ਬਣ ਕੇ ਚੜਿਆ, ਉਹ ਤਾਂ ਪਰ ਸਾਲਾਂ ਦੇ ਵਿੱਚ ਹੀ ਪਲਟ ਜਾਂਦੀ ਹੁੰਦੀ ਆ, ਪਰ ਬਰਜਿੰਦਰ ਸਿੰਘ ਨੇ ਨਹੀਂ ਪਲਟਾਉਣੀ, ਇਕਬਾਲ ਸਿੰਘ ਨੇ ਨਹੀਂ ਪਲਟਾਉਣੀ, ਕੌਮ ਨੇ ਪਲਟਾਉਣੀ ਹੁੰਦੀ ਹੈ ਰੂਹ ਦੇ ਵਿੱਚ ਆ ਕੇ। ਉਹ ਹੋਈ ਹੈ ਇਸ ਧਰਤੀ ਦੇ ਉੱਤੇ। ਪਰ ਅੱਜ ਤਾਂ ਆਪਾਂ ਤਾਂ ਕਰੇ ਸੀ ਜਿੱਥੇ ਬਿਲਕੁਲ ਕਹਿੰਦੇ ਮਿੱਟੀ ਪਾਓ ਤੇ ਗੱਲ ਖਤਮ। ਅੱਜ ਆਪਾਂ ਸਾਰਾ ਕੁਝ ਜਿਹੜਾ ਕਰ ਰਹੇ ਹਾਂ, ਇਹ ਤੱਕ ਰੂਹ ਫੂਕਣ ਦੀ ਗੱਲਾਂ ਨੇ, ਇਹ ਪਰ ਬੰਦੇ ਦੇ ਵਰਤਾਰਿਆਂ ਦੀ ਨਹੀਂ ਹੈਗੀ, ਗੁਰੂ ਨੇ ਆਪ ਵਰਤਾ ਦੇਣੀਆਂ ਨੇ। ਪਰ ਆਪਾਂ ਕਹਿੰਦੇ ਵੀ ਚਲੋ ਕੁਛ ਵੀ ਨਹੀਂ ਹੋਇਆ, ਕਹਿੰਦੇ 1.5 ਲੱਖ ਜਾਨਾਂ ਤਾਂ ਬਚ ਗਈਆਂ ਨਾ ਜੀ ਜੀ। ਪਰ ਇਮੈਜਿਨ ਕਰੋ, ਜਿਹੜੇ ਦੇਸ਼ 'ਚ ਆਪਾਂ ਉਸ ਚੀਜ਼ ਦੀ ਗੱਲਾਂ ਕਰਦੇ, ਜਿੱਥੇ ਦਰਵਾਜ਼ਾ ਖੋਲ ਦੋ ਤੇ ਥੈਂਕ ਯੂ ਕਰਦਾ ਕੋਈ ਵੀ, 99.9% ਤੁਹਾਨੂੰ ਕੈਨੇਡੀਅਨ ਆ ਕੇ ਥੈਂਕ ਯੂ ਕਰੂਗਾ ਵੀ ਤੁਸੀਂ ਮੇਰਾ ਦਰਵਾਜ਼ਾ ਖੋਲਤਾ। 1.5 ਲੱਖ ਜਾਨਾਂ ਬਚਾਈਆਂ, ਕੁਛ ਨਹੀਂ ਹੋਊਗਾ। ਇਹਨਾਂ ਨੂੰ ਮਨਾਂ 'ਚ ਰੱਖੋ। ਅੱਜ ਇੱਥੇ ਮੈਂ ਸੈਂਕੜੇ ਦੀ ਗਿਣਤੀ ਦੇ ਵਲੰਟੀਅਰ ਵੀਰ ਭੈਣ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਾਇਆ ਪੱਕ ਜਾਂਦੀ ਆ, ਡੋਨਰ ਨੇ ਜਿਹੜੇ ਆਪਣੇ ਆਪ ਨੂੰ ਮਹਿਸੂਸ ਕਰਦੇ ਆ, ਅਸੀਂ ਅੱਜ ਉਹ ਨਹੀਂ। ਇਹ ਜਿਹੜੀਆਂ ਚੀਜ਼ਾਂ ਨੂੰ ਮਤਲਬ ਕਿ ਰਿਲਾਈਜ਼ ਕਰਨਾ, ਕੋਈ ਇਹੋ ਜਿਹਾ ਕੋਈ ਮੀਟਰ ਤਾਂ ਹੈ ਨਹੀਂਗਾ, ਕਿਉਂਕਿ ਐਮਐਲਏ ਦੀ ਇਲੈਕਸ਼ਨ ਤਾਂ ਹੈ ਨਹੀਂ ਜੀ ਬਣ ਗਿਆ ਸੀ, ਐਮਪੀ ਬਣ ਗਿਆ ਸੀਗਾ। ਇਹੀ ਚੈਲੰਜ ਆ। ਉਹਨੂੰ ਪੁੱਛੋ ਜਿਹਦੇ ਵਿਰੁੱਧ ਆ ਇਹ, ਉਹ ਕਹਿੰਦਾ ਮੇਰੀ ਨੀਂਦ ਹਰਾਮ ਹੋਈ ਪਈ ਆ, ਮੈਨੂੰ ਸਮਝ ਨਹੀਂ ਆਉਂਦੀ ਮੈਂ ਟੈਕਲ ਕਿਵੇਂ ਕਰਾਂ। ਪਹਿਲਾਂ ਤਾਂ ਮੈਂ ਕਰਦਾ ਸੀਗਾ, ਪਰ ਟੈਸਟ ਕੀਤਾ, ਇਹ ਜੀ ਉੱਥੇ ਵਾਇਲੈਂਸ ਕਰਨਗੇ, ਇਹ ਜੀ ਮਾਰਨ ਵਾਲੇ ਨੇ, ਹੁਣ ਕੀ ਕਰੇ ਵੀ ਜਾਨਾਂ ਬਚਾਉਣ ਵਾਲੇ ਆ। ਉਹਦੇ ਲਈ ਇੱਕ ਪ੍ਰੋਬਲਮ ਆ, ਰੂਹ ਫੂਕ ਕੇ। ਜਦੋਂ ਹੁਣ ਐਗਜ਼ਾਮਪਲ ਤੌਰ ਤੇ ਇਹ ਜੀ ਪੰਜਾਬ ਨੂੰ ਸਿੱਖਾਂ ਨਾਲ ਜਾਂ ਸਿੱਖਾਂ ਨੂੰ ਪੰਜਾਬ ਦੇ ਨਾਲ, ਆਪਣੇ ਸਾਹਮਣੇ ਆ ਹਿੰਦੂ ਕੋalition ਬਣੀ ਨਾ, ਟਰੰਪ ਦੇ ਨਾਲ ਖੜ ਗਏ ਸਾਰੇ ਜਣੇ, ਟੋਟਲ ਹਿੰਦੂ। ਆਪਾਂ ਉਹਨਾਂ ਦੇ ਵਿਚਾਰੇ ਤੇ ਕੁਝ ਨਹੀਂ ਨਾ ਕਰਦੇ ਵੀ ਤੁਸੀਂ ਕਿਉਂ ਖੜੇ। ਉੱਥੇ ਇਹ ਵੀ ਨਹੀਂ ਕੁਝ ਕਹਿਣਗੇ ਵੀ ਤੁਸੀਂ ਯਾਰ ਭਾਰਤੀਆਂ ਕਰਕੇ ਕਾਹਤੇ ਨਹੀਂ ਖੜੇ ਟਰੰਪ ਦੇ ਨਾਲ। ਦੋ ਕੋalition ਬਣ ਕੇ ਟਰੰਪ ਦੇ ਨਾਲ ਖੜੀ ਨਾ, ਇਹ ਆਪਾਂ ਨੂੰ ਸਮਝਣਾ ਪੈਣਾ। ਅਸੀਂ ਤਾਂ ਮੁੱਠੀ ਭਰ 2% ਤਾਂ ਹੈਗੇ, ਪਰ 2% ਜਾਨਾਂ ਦਾ ਇੱਥੇ ਆਪਣੇ ਕੋਲੇ ਗਿਣਤੀ ਦੇ ਹਿਸਾਬ ਨਾਲ ਸਿੱਖ ਕਿੰਨੇ ਨੇ, ਕੈਨੇਡਾ ਦੇ ਵਿੱਚ ਕਿੰਨੇ ਨੇ, ਜਦੋਂ ਭਾਰਤੀਆਂ ਦੇ ਨਿਸਬਤ ਦੇਖੋ, ਸੈਂਸਸ ਜਾ ਕੇ ਦੇਖੋ, ਆਪਾਂ ਘੱਟ ਆ ਉਹਨਾਂ ਦੀ ਗਿਣਤੀ ਦੇ ਹਿਸਾਬ ਨਾਲ। ਚਲੋ ਆਪਾਂ ਵਾਪਸ ਆਈਏ ਜੀ ਆਪਣੀ ਕੈਂਪੇਨ ਤੇ। ਜੀ ਮਤਲਬ ਇੰਨੇ ਸਾਲਾਂ ਦੇ ਵਿੱਚ ਹਰ ਸਾਲ ਇਹਦੇ 'ਚ ਇਜ਼ਾਫਾ ਹੁੰਦਾ ਰਿਹਾ, ਵੱਧਦੇ ਰਹੇ ਨੇ ਡੋਨਰਸ, ਪਰ ਇਸ ਵਾਰੀ ਪੈਂਡੈਮਿਕ ਦਾ ਸਮਾਂ ਚੱਲ ਰਿਹਾ, ਜਿਵੇਂ ਆਪਾਂ ਜਾਣਦੇ ਹਾਂ ਸਾਰੇ। ਇਹਦੇ ਨਾਲ ਤੁਹਾਨੂੰ ਹੁਣ ਤੱਕ ਦੀ ਜਿਹੜੀ ਹੈਗੀ ਆ ਆਪਣੀ ਪ੍ਰਾਪਤੀ, ਉਹਦੇ ਵਿੱਚ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ, ਕੋਈ ਫਰਕ ਪਏਗਾ ਪਹਿਲੇ ਸਾਲਾਂ ਨਾਲੋਂ? ਜੀ ਉਹਦੇ ਉਲਟ ਹੋ ਗਿਆ ਐਕਚੁਅਲੀ। ਸੀਗਾ ਦਿਮਾਗ 'ਚ ਬਹੁਤ ਖਾਸ਼ੇ ਸੀਗੇ, ਫੇਰ ਉਹੀ ਆ ਜਾਂਦੀ ਆ। ਬੰਦਿਆਂ ਦੇ ਤੌਰ ਤੇ ਜਦੋਂ ਵੀ ਸੋਚਦੇ ਹਮੇਸ਼ਾ ਮਾਰ ਖਾਂਦੇ ਆ ਅਸੀਂ। ਮਤਲਬ ਯਕੀਨ ਇਹ ਸੀ, ਪਹਿਲੀ ਗੱਲ ਤਾਂ ਇਹ ਸੀ ਵੀ ਹੋਣਾ, ਇਹ ਤਾਂ ਇਹ ਸੀਗਾ। ਬਹੁਤ ਵਲੰਟੀਅਰਾਂ ਨੇ ਬੈਠੇ ਸਿਰ ਜੋੜੇ ਵੀ ਨਹੀਂ ਰਿਸਕੀ ਬਹੁਤ ਆ, ਬਾਹਰ ਲੋਕ ਤਾਂ ਨਿਕਲ ਨਹੀਂ ਰਹੇ, ਹੁਣ ਆਪ ਨਿਕਲਣ ਦੇ ਖਦਸ਼ੇ ਆ, ਵੀ ਕਾਹਦੇ ਲਈ ਆਪਾਂ ਚੱਲੀਏ ਜੀ। ਫੇਰ ਉਹੀ ਆ ਕੇ ਗੁਰੂ ਪਾਤਸ਼ਾਹ ਤੁਹਾਨੂੰ ਕਹਿੰਦੇ ਜਗਾਉਂਦੇ, ਉਹ ਕਹਿੰਦੇ ਮੈਂ ਮਹਾਮਾਰੀ ਹੋਈ ਸੀਗੀ ਲਾਹੌਰ ਦੇ ਵਿੱਚ, ਲੋਕ ਛੱਡ ਕੇ ਭੱਜ ਰਹੇ ਸੀ, ਮੈਂ ਆਪਣੇ ਸਿੱਖਾਂ ਨੂੰ ਲੈ ਕੇ 5ਵੇਂ ਪਾਤਸ਼ਾਹ ਬਹਿ ਗਏ ਜਾ ਕੇ ਉੱਥੇ। ਉਹਨੇ ਤੁਹਾਨੂੰ ਇੱਕਦਮ ਇੱਕ ਰੂਹ ਫੂਕ, ਉਹ ਕਹਿੰਦੇ ਨਹੀਂ ਯਾਰ ਆਪਾਂ ਕਰਾਂਗੇ, ਚੈਲੰਜ ਐਕਸੈਪਟ ਕੀਤਾ। ਤੁਸੀਂ ਜਿਹੜੇ ਅੱਜ ਵਲੰਟੀਅਰ, ਤੁਸੀਂ ਯਕੀਨ ਕਰੋ ਭੈਣ ਜੀ, ਸੈਂਟਰਾਂ ਦੇ ਉੱਤੇ ਜਿਹੜੇ ਡਿਸਿਪਲਿਨ 'ਚ ਖੜਦੇ ਆ ਨਾ, ਉਹਨੂੰ ਯਕੀਨ ਕਰਿਓ ਤੁਸੀਂ, ਤੁਹਾਨੂੰ ਆਊਗਾ ਕਿ ਤਾਂ ਮਿਲਟਰੀ ਵਾਲੇ ਨਹੀਂ ਐ ਖੜ ਸਕਦੇ, ਪਰ ਉਹਨਾਂ ਨੂੰ ਮਿਲਟਰੀ ਵਾਲੇ ਡਿਸਿਪਲਿਨ ਕਰ ਸਕਦੇ ਆ, ਪਰ ਜਿਹੜੀ ਉਹਨਾਂ ਦੇ ਵਿੱਚ ਸ਼ਰਧਾ ਹੁੰਦੀ ਆ, ਜਿਹੜੇ ਵੀਰ ਤੁਸੀਂ ਅਨੂਪ ਸਿੰਘ, ਜਿਹੜੇ ਦੇ ਆਪਦੀ ਮਾਂ ਨੂੰ ਉਹਨਾਂ ਦੀ ਜਿੱਦ ਹੁੰਦੀ ਸੀਗੀ, ਮਾਂ ਜਦੋਂ ਮੈਂ ਮਰ ਗਿਆ ਨਾ ਮੇਰੇ ਸਿਰ ਤੇ ਪੱਗ ਨਹੀਂ ਬੰਨਣੀ, ਇਹ ਉਹਦੀ ਜਿੱਦ ਸੀਗੀ। ਅੱਜ ਜਦੋਂ ਅਨੂਪ ਸਿੰਘ ਉਹ ਦਰਸ਼ਨੀਆ ਖੜਾ ਹੁੰਦਾ ਨਾ ਤੇ ਬਾਕੀ ਉਹ ਕੋਆਰਡੀਨੇਟ ਕਰ ਰਿਹਾ ਹੁੰਦਾ, ਉਹ ਤਾਂ ਤੁਹਾਨੂੰ ਪਤਾ ਲੱਗਦਾ ਵੀ ਡਿਸਿਪਲਿਨ ਤਾਂ ਹੈਗੀ, ਸ਼ਰਧਾ ਕਿੱਥੋਂ ਲਿਆਵੋਗੇ। ਤੇ ਫਿਰ ਡੋਨਰ ਆਪਣੇ ਆਪ ਨੂੰ ਸੁਰੱਖਿਅਤ ਵੀ ਰੱਖ ਰਹੇ ਆ ਤੇ ਲਾਈਨ ਟੁੱਟਣ ਨਹੀਂ ਦੇ ਰਹੇ। ਉਹ ਯਾਰੇ ਆ, ਉਹਨੂੰ ਮੈਂ ਹੁਣ ਕੀ ਮੈਂ ਬਿਆਨ ਨਹੀਂ ਕਰ ਸਕਦਾ। ਨਾ ਵੀਰ ਭੈਣ ਜਿਹੜੇ ਸਿਰਫ ਆਪਾਂ ਨੂੰ ਸੁਣ ਰਹੇ ਆ, ਉਹ ਸੁਣ ਸਕਦੇ ਨੇ, ਰਿਲਾਈਜ਼ ਕਰ ਸਕਦੇ। ਰਿਲਾਈਜ਼ ਉਦੋਂ ਹੋਣਾ ਜਦੋਂ ਕਹਿੰਦੇ ਵੀ ਮੇਰੀ ਵਾਰੀ ਕਦੋਂ, ਮੈਂ
ਇਸ ਵਾਰੀ ਪੱਕਾ ਆ ਜਾ, ਮੈਂ ਉਸ ਦਿਨਾਂ ਦੇ ਵਿੱਚ ਆਉਣਾ ਚਾਹੁੰਦੀ ਆ। ਇਹਨੇ ਨਵੰਬਰ ਦਸੰਬਰ ਸਾਰੀਆਂ ਆਲਮੋਸਟ ਫੁੱਲ ਹੋ ਚੱਲੀਆਂ ਨੇ, ਜੀ ਸਾਰੇ ਕਾਲਾਂ ਕਰਕੇ ਖੂਨਦਾਨ ਕਰ ਰਹੇ ਆ। ਇਕਬਾਲ ਸਿੰਘ ਵੀਰ ਜੀ, ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਵੇਖਣ ਸੁਣਨ ਵਾਲਿਆਂ ਨੂੰ? ਪਿਛਲੇ ਸਾਲਾਂ ਦੇ ਵਿੱਚ ਤੁਸੀਂ ਆਉਂਦੇ ਰਹੇ ਹੋ ਇੱਥੇ, ਸਾਡੇ ਨਾਲ ਗੱਲਬਾਤ ਕਰਦੇ ਰਹੇ ਹੋ, ਤੇ ਇਸ ਵਾਰੀ ਦਾ ਹੁੰਗਾਰਾ ਜਿਹੜਾ ਡਾਕਟਰ ਸਾਹਿਬ ਨੇ ਤਾਂ ਦੱਸਿਆ ਵੀ ਬੜਾ ਪੋਜ਼ਿਟਿਵ ਜਿਹੜੀ ਸੋਚ ਲੈ ਕੇ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਔਰ ਖੂਨਦਾਨ ਕਰ ਰਹੇ ਨੇ। ਇੱਕ ਵਧੀਆ ਅਹਿਸਾਸ, ਜਿਨ੍ਹਾਂ ਨੇ ਪਹਿਲੀ ਵਾਰੀ ਖੂਨਦਾਨ ਕਰਨਾ, ਮੇਰਾ ਖਿਆਲ ਹੈ ਉਹਨਾਂ ਵਾਸਤੇ ਉਹਨਾਂ ਨੂੰ ਲੱਗੇਗਾ ਵੀ ਇਹ ਸਾਲ ਹੈ ਜਿਹੜਾ ਉਹਨਾਂ ਵਾਸਤੇ ਕੁਛ ਨਵਾਂ ਉਹਨਾਂ ਨੂੰ ਦੇ ਕੇ ਚੱਲਿਆ। ਔਰ ਇੱਕ ਅੰਦਰ ਅਹਿਸਾਸ ਦੀ ਜਿਹੜੇ ਦੀ ਇਹ ਗੱਲ ਕਰਦੇ ਆ, ਉਹ ਮੈਨੂੰ ਲੱਗਦਾ ਵੀ ਸੱਚੀ ਮੁੱਚੀ ਜਿਉਂਦੇ ਜੀ ਇੱਕ ਐਸਾ ਅਹਿਸਾਸ ਹੈ ਜਿਹੜਾ ਕਿਤੋਂ ਖਰੀਦਿਆ ਨਹੀਂ ਜਾ ਸਕਦਾ। ਸੋ ਉਹ ਸਿਰਫ ਮਹਿਸੂਸ ਕਰਨ ਵਾਲੀ ਗੱਲ ਹੈ। ਸੋ ਜਿੱਥੇ ਲੱਖਾਂ ਲੋਕ ਵੇਖ ਰਹੇ ਨੇ, ਉਹਨਾਂ ਨੂੰ ਮੈਂ ਆਪਣੇ ਵੱਲੋਂ ਅਪੀਲ ਕਰਦੀ ਹਾਂ ਕਿ ਜ਼ਰੂਰ ਤੁਸੀਂ ਇਸ ਕੈਂਪੇਨ ਦਾ ਹਿੱਸਾ ਬਣੋ, ਖੂਨਦਾਨ ਕਰੋ, ਤੇ ਕਿਸੇ ਨਾ ਕਿਸੇ ਦੀ ਜਾਨ ਹੈ ਜਿਹੜੀ ਤੁਹਾਡੀ ਵਜ੍ਹਾ ਕਰਕੇ ਬਚ ਸਕਦੀ ਹੈ। ਇਕਬਾਲ ਵੀਰ ਜੀ। ਜੀ, ਜਿਹੜਾ ਕੁਛ ਵੀਰਾਂ ਦਾ ਕੁਐਸਚਨ ਸੀਗਾ ਵੀ ਇਹਦਾ ਆਪਾਂ ਨੂੰ ਫਾਇਦਾ ਕੀ ਹੋਇਆ, ਮੈਂ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਇਹ ਬੇਨਤੀ ਕਰਦਾ ਵੀ ਹੁਣ ਆਪਾਂ 10 ਸੈਕਿੰਡ ਦੇ ਲਈ ਆਪਣਾ ਧਿਆਨ ਉਸ ਗੁਰੂ ਨਾਨਕ ਪਾਤਸ਼ਾਹ ਤੇ ਲੈ ਕੇ ਜਾਈਏ। ਜਦੋਂ ਆਪਾਂ ਬਹੁਤ ਨਾ ਮਤਲਬ ਮਾਧਮ ਜਿਹੇ ਤਰੀਕੇ ਨਾਲ ਲੰਘ ਜਾਂਦੇ ਆ ਕੌਡਾ ਰਾਖਸ਼, ਤੁਸੀਂ ਇਹਨੂੰ ਬਿਲੀਵ ਕਰਿਓ, ਮੈਂ ਰਨਿੰਗ ਕਰਦਾ ਤੇ ਇੱਥੇ ਹਨੇਰੇ ਦੇ ਵਿੱਚ ਮੈਂ ਨਾ ਟ੍ਰੇਲ 'ਚ ਰਨ ਨਹੀਂ ਕਰਨ ਜਾਂਦਾ ਵੀ ਕੋਈ ਮੈਨੂੰ ਉੱਥੇ ਮੇਰੇ ਅੱਗਿਓਂ ਪਿੱਛੋਂ ਵਾਰ ਨਾ ਕਰ ਦੇਵੇ। ਉਸ ਕੌਡੇ ਭੀਲ ਨੂੰ ਗੁਰੂ ਨਾਨਕ ਪਾਤਸ਼ਾਹ ਕਿਹੜੇ ਹਥਿਆਰ ਦੇ ਸਿਰ ਤੇ ਮਿਲਣ ਜਾਂਦੇ ਆ? ਜਿਹੜਾ ਕੌਡਾ ਰਾਖਸ਼ ਸੀਗਾ, ਕੌਡਾ ਭੀਲ, ਤੇ ਉਹਨੂੰ ਰਾਖਸ਼ ਕਰਕੇ ਗਰਦਾਨਿਆ ਗਿਆ ਸੀ ਕਿਹੜੀ ਸੋਚ ਨੇ? ਇਸ ਵਿਪਰਵਾਦ ਸੋਚ ਨੇ। ਉਹ ਇਨਸਾਨ ਸੀ, ਉਸ ਨੂੰ ਇਸ ਵਿਪਰਵਾਦ ਸੋਚ ਨੇ ਰਾਖਸ਼ ਗਰਦਾਨਿਆ ਸੀ। ਪਰ ਮੇਰੇ ਪਾਤਸ਼ਾਹ ਨਾਲ ਭਾਈ ਮਰਦਾਨੇ ਨੂੰ ਲੈ ਕੇ ਕਿਹੜੇ ਉਹਨਾਂ ਕੋਲੇ ਹਥਿਆਰ ਸੀ? ਉਹਨਾਂ ਕੋਲੇ ਲੋਕਾਂ ਦਾ ਪਿਆਰ ਸੀ। ਲੋਕਾਂ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਪਾਤਸ਼ਾਹ ਉਸ ਕੌਡੇ ਰਾਖਸ਼ ਨੂੰ, ਜਿਹਨੂੰ ਭਾਈ ਕੌਡਾ ਉਹਨਾਂ ਨੇ ਬਣਾਇਆ, ਜਾ ਕੇ ਜੰਗਲਾਂ ਦੇ ਵਿੱਚ ਦੀ ਵਾਟਾਗਾਹੀ ਕਰਕੇ ਮਿਲੇ। ਕੀ ਕੋਈ ਵੀ ਆਮ ਇਨਸਾਨ ਇਹ ਹੌਸਲਾ ਕਰ ਸਕਦਾ? ਇਹ ਉਸ ਪਾਤਸ਼ਾਹ ਨੇ ਉਹ ਸਾਰੇ ਰਾਹਾਂ ਦੇ ਉੱਤੇ ਤੁਰ ਕੇ ਇੱਕ ਸੋਚ ਦਿੱਤੀ ਆ ਸਾਰਿਆਂ ਨੂੰ, ਜਿਹਦੇ ਇਸ ਪ੍ਰੋਸੈਸ ਦੇ ਵਿੱਚੋਂ ਅਸੀਂ ਸਾਰੇ ਵੀਰ ਭੈਣ ਇੱਕ ਉਸ ਅਹਿਸਾਸ ਦੇ ਵਿੱਚ ਜਿਉਣਾ ਸ਼ੁਰੂ ਕਰਦੇ ਹਾਂ ਕਿ ਲੋਕਾਂ ਨੂੰ ਆਪਾਂ ਪਿਆਰ ਕਰਨਾ ਸ਼ੁਰੂ ਕਰੀਏ, ਆਪ ਦੇ ਆਲੇ ਦੁਆਲੇ ਭੈਣਾਂ ਭਰਾਵਾਂ ਨੂੰ ਪਿਆਰ ਕਰਨਾ ਸ਼ੁਰੂ ਕਰੀਏ। ਜਿੱਥੋਂ ਤੁਹਾਡੀ ਜਿਹੜੀ ਪ੍ਰਵਿਰਤੀ ਆ, ਜਿਹੜੀ ਆਪਣੀ ਲੈਣ ਵਾਲੀ ਪ੍ਰਵਿਰਤੀ ਆ, ਪ੍ਰੋਪਟ ਵਾਲੀ ਪ੍ਰਵਿਰਤੀ ਆ, ਉਹ ਪ੍ਰਵਿਰਤੀ ਆਪਣੀ ਦੇਣ ਦੇ ਵਿੱਚ ਬਦਲੇ। ਵੈਸੇ ਮੈਂ ਹੁਣ ਕਹਿਣ ਨੂੰ ਗਰੇਜ਼ ਨਹੀਂ ਕਰਨਾ, ਮੇਰੀ ਆਪ ਦੀ ਜ਼ਿੰਦਗੀ ਦਾ ਮੈਂ ਆ ਬੈਠਾ ਬਲੱਡ ਨਹੀਂ ਡੋਨੇਟ ਕਰਦਾ, ਮੈਂ ਕਿਡਨੀ ਡੋਨੇਟ ਕਰੀ ਹੋਈ ਆ ਕਿਸੇ ਵੀਰ ਨੂੰ ਜਿਹਨੂੰ ਮੈਂ ਜਾਣਦਾ ਨਹੀਂ ਸੀਗਾ। ਅੱਛਾ। ਮੈਂ ਟੀਵੀ ਵਾਲਿਆਂ ਨੂੰ, ਰੇਡੀਓ ਵਾਲਿਆਂ ਨੂੰ ਮੈਂ ਰਿਕੁਐਸਟ ਕਰੀ ਵੀ ਮੈਂ ਨਹੀਂ ਆਉਣਾ, ਉਹ ਕਹਿੰਦੇ ਤੇਰੀ ਇੰਟਰਵਿਊ ਕਰਨੀ ਆ ਅੱਜ। ਪਰ ਮੇਰੇ ਤੋਂ ਇਸ ਅਹਿਸਾਸ ਦੇ ਵਿੱਚ ਇਹ ਨਹੀਂ ਕਿ ਮੈਂ ਦੱਸਣਾ ਚਾਹੁੰਦਾ ਕਿਡਨੀ ਡੋਨੇਟ ਕਰੀ ਆ, ਇਹ ਇੱਕ ਅਹਿਸਾਸ ਆ ਜਿਹੜਾ ਰਿਅਲਾਈਜੇਸ਼ਨ 'ਚ ਕਰਾਉਂਦਾ ਵੀ ਜਿਉਣਾ ਸਿੱਖੋ ਲੋਕਾਂ ਲਈ। ਆਮ ਕਹਿੰਦੇ ਨੇ ਵੀ ਲੋਕਾਂ ਲਈ ਜਾਨਾਂ ਦੇਣੀਆਂ, ਜਦੋਂ ਜਿਉਣਾ ਸਿੱਖਾਂਗੇ, ਆਪਦੇ ਵੀਰਾਂ ਭੈਣਾਂ ਦੇ ਨਾਲ, ਆਪਦੇ ਪਤਨੀ ਨੂੰ ਪਿਆਰ ਕਰਾਂਗੇ, ਬੱਚੇ ਨੂੰ ਕਰਾਂਗੇ, ਭਰਾਵਾਂ ਨੂੰ ਕਰਾਂਗੇ, ਹਰ ਮਿਲਣ ਵਾਲੇ ਨੂੰ ਪਿਆਰ ਵਰਤਾਵਾਂਗੇ। ਜਿਹੜਾ ਤੁਹਾਡੇ ਆਲੇ ਦੁਆਲੇ ਕੰਮ ਕਰਦਾ ਉਹਨੂੰ ਕੁਛ ਮਹਿਸੂਸ ਹੋਵੇ, ਚਾਹੇ ਤੁਹਾਡਾ ਕਸਟਮਰ ਹੋਵੇ, ਤੁਹਾਡਾ ਵੈਂਡਰ ਹੋਵੇ, ਤੁਹਾਨੂੰ ਰਾਹ 'ਚ ਮਿਲੇ, ਉਹ ਤੁਹਾਨੂੰ ਮਿਲ ਕੇ ਕੁਛ ਫੀਲ ਕਰੇ। ਕੈਨੇਡੀਅਨ ਬਲੱਡ ਸਰਵਿਸ ਵਾਲੀਆਂ ਭੈਣਾਂ ਜਿਹੜੀਆਂ ਉਦੋਂ ਡਿਊਟੀ ਤੇ ਹੁੰਦੀਆਂ, ਉਹਦੇ ਅੱਖਾਂ ਦੇ ਵਿੱਚੋਂ ਜਿਹੜੇ ਖੁਸ਼ੀ ਦੇ ਹੰਝੂ ਤੁਸੀਂ ਗਿਰਦੇ ਦੇਖਦੇ ਹੋ, ਉਹ ਸਿੱਖਾਂ ਦੇ ਤਾਂ ਹਰੇਕ ਦੇ ਗਿਰਨਗੇ, ਫਿਲਪੀਨੀਆਂ ਤੇ ਗੋਰਿਆਂ ਦੇ ਅਹਿਸਾਸ ਨਾਲ ਹੀ ਗਿਰਨਗੇ ਭੈਣ ਜੀ, ਉਹ ਕਹਿਣ ਨਾਲ ਨਹੀਂ। ਗੁਰੂ ਸਾਹਿਬ ਦੇ ਜਿਹੜੇ ਸਿਧਾਂਤ ਜਾਂ ਫਿਰ ਉਪਦੇਸ਼ ਜਿਹੜੇ ਆਪਾਂ ਗੱਲ ਕਰਦੇ ਆ ਨਾ, ਮੈਂ ਕਹਿੰਦੀ ਹੁੰਦੀ ਆ ਵੀ ਤਾਂ ਹੀ ਅਸੀਂ ਸਹੀ ਮਾਨਿਆਂ ਦੇ ਵਿੱਚ ਆਪਣੇ ਆਪ ਨੂੰ ਇਹ ਕਹਿ ਸਕਾਂਗੇ ਵੀ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਾਹਾਂ ਤੇ ਚੱਲ ਰਹੇ ਹਾਂ, ਜੇ ਅਸੀਂ ਦੂਸਰਿਆਂ ਵਾਸਤੇ ਜੀਣਾ ਸਿੱਖਾਂਗੇ। ਔਰ ਇਹ ਸੱਚੀ ਮੁੱਚੀ ਬਹੁਤ ਵਧੀਆ ਮਾਰਗ ਹੈ ਜਿਹਦੇ ਤੇ ਸਾਨੂੰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ 30 ਸਕਿੰਟਾਂ ਦੇ ਵਿੱਚ ਅਖੀਰ ਤੇ ਕੀ ਕਹਿਣਾ ਚਾਹੋਗੇ? ਹਾਂਜੀ ਭੈਣ ਜੀ, ਬਿਲਕੁਲ ਸਮ ਅਪ ਕਰਤਾ ਮੇਰੇ ਵੀਰ ਨੇ, ਤੇ ਮੇਰੀ ਬੜੀ ਇਸ ਚੀਜ਼ ਦੀ ਕੋਸ਼ਿਸ਼ ਸੀ ਮੇਰਾ ਵੀਰ ਜਿਹੜਾ ਮੈਰਾਥਨ ਵੀ ਲਾਉਂਦਾ ਤੇ ਕਿਡਨੀ ਨਾ ਦਵੇ। ਮੈਂ ਇਹਨੂੰ ਕਹਿੰਦਾ ਸੀਗਾ, ਮੈਂ ਕਿਹਾ ਵੀਰੇ 22 ਸਾਲਾਂ ਨੇ ਇਹ ਬਿਲਕੁਲ ਸਿਖਾਤਾ
ਵੀ ਇੱਕ ਦੋ ਹੋਰ ਹੁੰਦੇ ਨਾ ਅਕਵਾਲ ਤੂੰ ਦੇ ਦਿੰਦਾ ਵੀਰੇ। ਉਹ ਕਹਿੰਦਾ ਬਾਈ ਹੁਣ ਰਿਹਾ ਨਹੀਂ ਜਾਂਦਾ, ਹੁਣ ਰਿਹਾ ਨਹੀਂ ਜਾਂਦਾ ਯਾਰ, ਆਦਤ ਹੀ ਦੇਣ ਦੀ ਪੈ ਗਈ, ਬਚਾਉਣ ਦੀ ਪੈ ਗਈ। ਤੇ ਮੇਰਾ ਵੀਰ, ਇਹ ਜਿਹੜੀ ਰੂਹ ਫੂਕਣੀ ਆ ਗੁਰੂ ਨਾਨਕ ਸਾਹਿਬ ਦੇ ਬੱਚੇ ਬੱਚੀਆਂ ਨੇ ਨਾ ਇਸ ਧਰਤੀ ਤੇ, ਉਹਦਾ ਅਹਿਸਾਸ ਟਾਵੇਂ ਟੱਲੇ ਨੂੰ ਹੁੰਦਾ, ਪਰ ਇਹਦੀ ਨੇਰੀ ਇੱਕ ਦਿਨ ਆਊਗੀ ਜ਼ਰੂਰ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਮਾਂ ਕੱਢਿਆ। ਬਹੁਤ ਅਹਿਮ ਜਾਣਕਾਰੀ ਹੈ ਜਿਹੜੀ, ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ। ਥੈਂਕ ਯੂ ਸੋ ਮਚ। ਧੰਨਵਾਦ ਭੈਣੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸੀ ਦੋਸਤੋ ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ। ਅਗਲੇ ਸੋਮਵਾਰ ਤੱਕ ਸਾਰਾ ਕੁਝ ਠੀਕ ਠਾਕ ਰਿਹਾ ਤੇ ਫਿਰ ਆਵਾਂਗੇ, ਫਿਰ ਗੱਲਾਂ ਬਾਤਾਂ ਕਰਾਂਗੇ ਕਿਸੇ ਵੱਖਰੇ ਪ੍ਰੋਗਰਾਮ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ।